अचल मूरत अनभव प्रकाश अमितोज कहचै। कोट इंद्र इंद्राण शाहो शाहान गणिचै। त्रिभवन महीप सुर नर असुर नेत नेत मन तृण कहत। तब सर्वनाम कथय कवन कर्म नाम वर्णत सुमत। बाणी गुरु गुरु है बाणी विच बाणी अमृत सारे। गुरबाणी कहै सेवक जन मानै प्रतख गुरु निस्तारे। सो कहो टल गुर सेवियै अहनिस सहज सुभाए। दर्शन परसै गुरु कै जन्म मरण दुख जाए। होवै सिफत खसम दी नूर अरसों कुरसों चट्टीऐ। तुध डिठे सच्चे पातशाह मल जन्म जन्म दी कट्टीऐ। कर हर कर्म श्रवण हर कथा हर दर कहे नानक उजल मथा। वाहिगुरु साहिब जीओ। मलार महला पंजवा। बाहो विध माया मोह हिरानो। कोट मध्य को बिरला सेवक पूरन भगत चिरानो। बहु विध माया मोह हिरानो। कोट मध्य को बिरला सेवक पूरन भगत चिरानो। रहाओ इत उत डोल डोल श्रम पायो। तान तान होत बिरानो। लोग दुराए करत ठगियाई। होतो संग न जानो। मृग पंखी मीन दीन नीच एह संकट फिर आनो। कहो नानक पाहन प्रभ तारो। साध संगत सुख मानो। मृग पंखी मीन दीन नीच एह संकट फिर आनो। कहो नानक पाहन प्रभ तारो। साध संगत सुख मानो। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जीओ। वडभागे हाँ जो कादरे हरकार गुरु गोबिंद सिंह बादशाह दरवेश बालीए दो जहान मर्द गमड़े पातशाह धन धन साहिब श्री गुरु गोबिंद सिंह जी महाराज जी के महान पावन पवित्र स्थान तख्त श्री केसगढ़ साहिब जी विखे अपनियां हाजरियां लवा रहे हाँ। बड़े प्रेम सत्कार दे नाल गुरु चरनां विच बैठ के गुरु शब्द की विचार नाल जुड़िए। अज का जो पावन शब्द आपने सुनिया है ये पवित्र शब्द गुरु ग्रंथ साहिब जी के 1269 अंग उत्ते सुभायमान है। गुरु ग्रंथ साहिब जी के 1430 अंग हैं पावन बाणी के टोटल नवीन बीड़ां दे।
ਤਾਂ ਉਹਨਾਂ ਦੇ ਵਿੱਚੋਂ ਆਪਾਂ ਇੱਕ ਓਅੰਕਾਰ ਤੋਂ ਗੁਰੂ ਸਾਹਿਬ ਦੇ ਇਹਨਾਂ ਪਾਵਨ ਅੰਮ੍ਰਿਤਮਈ ਬੋਲਾਂ ਦੀ ਵਿਚਾਰ ਸੁਣਦੇ ਆ ਰਹੇ ਹਾਂ। 1269 ਅੰਗ 'ਤੇ ਪਹੁੰਚ ਗਏ ਹਾਂ। ਮਲਾਰ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ। ਆਓ ਕੀ ਗੁਰੂ ਜੀ ਕਹਿੰਦੇ ਨੇ ਸਮਝਣ ਦਾ ਯਤਨ ਕਰੋ। ਮਲਾਰ ਮਹੱਲਾ ਪੰਜਵਾ। ਮਲਾਰ ਰਾਗ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 31 ਰਾਗਾਂ ਨੂੰ ਗੁਰੂ ਜੀ ਨੇ, ਗੁਰੂ ਪਾਤਸ਼ਾਹ ਜੀ ਨੇ ਥਾਂ ਦਿੱਤੀ ਹੈ। ਮੁੱਖ ਰਾਗ ਹੈ ਜਿਹੜੇ, ਬਹੁਤ ਸਾਰੇ ਮਿਸ਼ਰਤ ਰਾਗ ਵੀ ਹੈ, ਰਾਗਣੀਆਂ ਵੀ ਹੈ, ਫਿਰ ਉਹਨਾਂ ਦੀ ਗਿਣਤੀ ਕਈ ਸਾਰੀ ਬਣ ਜਾਂਦੀ ਹੈ। ਮਲਾਰ ਮਹੱਲਾ ਪੰਜਵਾ। ਮਲਾਰ ਰਾਗ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ। ਉਹ ਆਪਣੀ ਪਾਵਨ ਅੰਮ੍ਰਿਤਮਈ ਰਸਨਾ ਤੋਂ ਇਹ ਇਲਾਹੀ ਬੋਲ ਉਚਾਰਨ ਕਰ ਰਹੇ ਕਿ ਕਹਿੰਦੇ ਬਹੁ ਬਿਧ ਮਾਇਆ ਮੋਹ ਹੈਰਾਨੋ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਬਹੁ ਬਿਧ। ਬਹੁ ਬਿਧ ਦਾ ਅਰਥ ਹੁੰਦਾ ਬੜੀਆਂ ਸਾਰੀਆਂ ਵਿਧੀਆਂ, ਕਈ ਸਾਰੇ ਤਰੀਕਿਆਂ ਦੇ ਨਾਲ। ਇੱਕ ਨਹੀਂ, ਕਈ ਤਰੀਕੇ। ਤੇ ਮਹਾਰਾਜ ਕਈ ਤਰੀਕੇ ਕਿਸ ਗੱਲ ਦੇ, ਕੀ ਹੋ ਰਿਹਾ ਕਈ ਤਰੀਕਿਆਂ ਦੇ ਨਾਲ? ਕਹਿੰਦੇ ਮਾਇਆ ਮੋਹ ਹੈਰਾਨੋ। ਕਹਿੰਦੇ ਤੁਸੀਂ ਇਹ ਗੱਲ ਨੂੰ ਸਮਝਦੇ ਹੋ ਤੇ ਚੰਗੀ ਗੱਲ ਹੈ, ਜੇ ਨਹੀਂ ਸਮਝਦੇ ਤੇ ਸਮਝ ਲਓ ਕਿ ਮਾਇਆ ਨਾ, ਜਿਹੜੀ ਮਾਇਆ ਇਹ ਆਪਣਾ ਮੋਹ ਪਾਉਂਦੀ ਹੈ ਕਈ ਤਰੀਕਿਆਂ ਨਾਲ। ਤੇ ਹੈਰਾਨੋ ਕਹਿੰਦੇ ਲੁੱਟਣਾ, ਹਿਰ ਲੈਣਾ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਕਈ ਤਰੀਕਿਆਂ ਦੇ ਨਾਲ ਬੰਦੇ ਨੂੰ ਲੁੱਟਣਾ ਚਾਹੁੰਦੀ ਹੈ। ਬੰਦੇ ਨੂੰ ਜੋ ਕੁਝ ਇਹਦੇ ਕੋਲ ਹੈ ਉਹ ਖੋਹ ਲੈਣਾ ਚਾਹੁੰਦੀ ਹੈ, ਹਿਰ ਲੈਣਾ ਚਾਹੁੰਦੀ ਹੈ। ਮਹਾਰਾਜ ਕੌਣ? ਮਹਾਰਾਜ ਕਹਿੰਦੇ ਮਾਇਆ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮਾਇਆ, ਮਹਾਰਾਜ ਅਸੀਂ ਮਾਇਆ ਨੂੰ ਤੇ ਅਸੀਂ ਲੁੱਟਣ ਨੂੰ ਫਿਰਦੇ ਹਾਂ ਵੀ ਅਸੀਂ ਲੁੱਟ ਲਈਏ ਮਾਇਆ, ਸਾਡੇ ਕੋਲ ਹੋਵੇ। ਮਹਾਰਾਜ ਕਹਿੰਦੇ ਇਹ ਬਸ ਇਹੀ ਗੱਲ ਹੈ। ਬਸ ਬੰਦੇ ਨੂੰ ਲੱਗਦਾ ਕਿ ਮੇਰੇ ਕੋਲ ਹੋਵੇ ਇਹ, ਮੈਂ ਇਹਨੂੰ ਲੁੱਟ ਲਿਆ। ਦਰਅਸਲ ਬੰਦੇ ਨੂੰ ਇਹ ਲੁੱਟਦੀ ਹੈ। ਬੰਦੇ ਨੂੰ ਲੱਗਦਾ ਵੀ ਮੈਂ ਇਹਨੂੰ ਲੁੱਟ ਰਿਹਾ, ਮੇਰੇ ਕੋਲ ਵੜੀ ਹੈ। ਕਬੀਰ ਜੀ ਨੇ ਤੇ ਆਖਿਆ ਹੀ ਹੈ, ਐਲਾਨਿਆ ਹੀ ਆਖਿਆ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਤੇਰੇ ਲਈ ਲੁੱਟਣ ਦੇ ਲਈ ਹੈ, ਚਾਰੇ ਪਾਸੇ ਹੀ ਹੈ, ਮੌਕੇ ਹੀ ਮੌਕੇ ਨੇ। ਲੁੱਟ ਉੱਥੇ ਹੀ ਪੈਂਦੀ ਜਿੱਥੇ ਮੌਕੇ ਮਿਲਦੇ ਆ, ਉੱਦਾਂ ਨਹੀਂ ਲੁੱਟਿਆ ਜਾਂਦਾ। ਜਦੋਂ ਅਸੀਂ ਮੌਕਾ ਦਿੰਦੇ ਲੁੱਟ ਦਾ, ਉਦੋਂ ਫਿਰ ਲੁੱਟ ਪੈਂਦੀ ਹੈ। ਜਦੋਂ ਅਗਲਾ ਕਮਜ਼ੋਰ ਹੋਵੇ ਫਿਰ ਲੁੱਟਿਆ ਜਾਂਦਾ। ਜਦੋਂ ਅਗਲਾ ਤਕੜਾ ਹੋਵੇ ਤੇ ਫਿਰ ਲੁੱਟ ਲਵੇ ਕਿਹੜਾ? ਨੇੜੇ ਲੱਗ ਕੇ ਦਿਖਾਵੇ। ਜਦੋਂ ਅਗਲਾ ਬੇਹੋਸ਼ ਹੋਵੇ, ਸੰਤ ਜਰਨੈਲ ਸਿੰਘ ਹੋਣਾ ਕੋਲ, ਖਾਲਸਾ ਜੀ ਪਿੰਡਰਾਂ ਵਾਲਿਆਂ ਕੋਲ ਗੁਰਮੁਖ ਪਿਆਰੇ ਆ ਗਏ ਇੱਧਰੋਂ, ਸ਼ਹਿਰੀ ਸਨ, ਸ਼ਹਿਰੀ ਸਿੱਖ, ਤੇ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਜੀ ਸਾਡੇ ਘਰ ਬੜੇ ਵਧੀਆ ਨੇ, ਬਹੁਤ ਸੋਹਣੇ ਆ। ਮਹਾਂਪੁਰਸ਼ ਕਹਿੰਦੇ ਕੀ ਕੁਛ ਹੈ ਤੁਹਾਡੇ ਕੋਲ? ਕਹਿੰਦੇ ਜੀ ਦੇਖੋ ਸਾਡੇ ਘਰ ਫਰਿੱਜ ਹੈ ਜੀ, ਸਾਡੇ ਘਰ ਸੋਫੇ ਹੈ ਜੀ, ਸਾਡੇ ਘਰ ਡਾਈਨਿੰਗ ਟੇਬਲ ਹੈ ਜੀ, ਸਾਡੇ ਘਰ ਡੈਨਲਪ ਦੇ ਗੱਦੇ ਹੈ ਜੀ, ਆਹ ਜੀ ਵਾਹ ਜੀ। ਸੰਤ ਕਹਿੰਦੇ ਚੰਗਾ, ਫਿਰ ਕੋਈ ਤਿਆਰੀ ਤੁਰੀ ਕੀਤੀ, ਸ਼ਸਤਰ ਵੀ ਕੋਈ ਰੱਖਿਆ ਘਰੇ ਕਿ ਨਹੀਂ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ, ਕੋਈ ਭੇਡਾਂ ਬੱਕਰੀਆਂ ਚਾਰਨ ਵਾਲੇ ਤੇ ਹੈ ਨਹੀਂ। ਅਸੀਂ ਤੇ ਮਰਦ ਕੰਮੜੇ ਦੇ ਪੁੱਤਰਾਂ, ਤੇ ਸ਼ਸਤਰਾਂ ਦਾ ਹੁਕਮ ਹੈ ਸਾਨੂੰ। ਕੋਈ ਸ਼ਸਤਰ ਰੱਖਿਆ? ਕਹਿੰਦੇ ਜੀ ਹੱਸ ਕੇ ਜੀ ਕਹਿੰਦੇ ਹੀ ਇੱਦਾਂ ਹੈ ਨਹੀਂ ਜੀ।
ਕਹਿੰਦੇ ਜਦੋਂ ਲੁੱਟਣ ਵਾਲੇ ਲੁਟੇਰੇ ਆ ਗਏ ਤੇ ਉਦੋਂ ਫਿਰ ਚੱਕ ਕੇ ਫਰਿੱਜ ਮਾਰੋਗੇ ਉਹਦੇ ਸਿਰ 'ਚ। ਸੰਤ ਜਰਨੈਲ ਸਿੰਘ ਹੁਣੀ ਕਹਿੰਦੇ ਜਾਂ ਗੱਦੇ ਕੱਢ ਕੇ ਖੜ ਜਾਓਗੇ ਬਾਹਰ, ਦੇਖੀ ਨੇੜੇ ਨਾ ਲੱਗੀ ਮੇਰੇ ਘਰ ਗੱਦਾ ਹੈ, ਮੇਰੇ ਘਰ ਸੋਫਾ ਪਿਆ। ਜਾਂ ਸਕੂਟਰ ਹੈ ਜਿਹੜਾ ਉਹਨੂੰ ਤੇਲ ਟੈਂਕੀ ਭਰੀ ਹੋਊਗੀ ਅਤੇ ਰੇਸ ਦੇ ਕੇ ਆਖੇਂਗਾ ਲੈ ਵੀ ਇਹਦੀ ਆਵਾਜ਼ ਸੁਣ ਕੇ ਭੱਜ ਜਾਣਗੇ। ਇੱਦਾਂ ਤਾਂ ਨਹੀਂ, ਉਹਨਾਂ ਦੇ ਲਈ ਬੰਦੋਬਸਤ ਕਰਨਾ ਪੈਂਦਾ। ਜਿਨ੍ਹਾਂ ਦੇ ਕੋਲ 84 ਦੇ ਵਿੱਚ ਵੀ ਕੋਈ ਬੰਦੋਬਸਤ ਸੀ, ਨਹੀਂ ਲੱਗਿਆ ਕੋਈ ਨੇੜੇ ਉਹਨਾਂ ਦੇ, ਅਤੇ ਜਿਹੜੇ ਵਿਸ਼ਵਾਸ ਕਰ ਗਏ ਉਹ ਲੁੱਟੇ ਗਏ। ਇਸ ਤਰੀਕੇ ਦੇ ਨਾਲ ਕਰਨਾ ਪੈਂਦਾ ਆਪਣਾ ਇੰਤਜ਼ਾਮ। ਮਹਾਰਾਜ ਕਹਿੰਦੇ ਇੱਦਾਂ ਮਾਇਆ ਲੁੱਟ ਰਹੀ ਹੈ। ਮਾਇਆ ਨਾ ਜਿਹੜੀ ਸਾਨੂੰ ਲੱਗਦਾ ਅਸੀਂ ਇਹਨੂੰ ਇਕੱਠੀ ਕਰ ਰਹੇ ਹਾਂ, ਪਰ ਇਹ ਸਾਨੂੰ ਇਕੱਠੇ ਜੇ ਕਰ ਦਿੰਦੀ ਹੈ। ਇਹਦੀ ਠੱਗੀ ਦਾ ਉਦਣ ਪਤਾ ਲੱਗਦਾ ਜਿੱਦਣ ਇਕੱਠੇ ਕਰਕੇ ਕਿਲੋ ਦੀ ਮਿੱਟੀ ਜੀ ਦੀ ਚੁੱਕੀ ਜਾਂਦੇ ਹੁੰਦੇ ਨਾ ਰਿਸ਼ਤੇਦਾਰ। ਕਿੱਥੇ ਚੱਲੇ ਆ ਬਈ, ਬਸ ਫੁੱਲ ਕਹਿ ਦਿੰਦੇ ਉੱਦਾਂ, ਹੁੰਦੀ ਤਾਂ ਮਿੱਟੀ ਉਹ ਹੈ, ਫੁੱਲ ਪਾਉਣ ਚੱਲੇ ਆ। ਆਹ ਕੀ ਹੈ ਪੋਟਲੀ 'ਚ? ਬਾਪੂ ਹੈ ਜੀ ਮੇਰਾ ਪੋਟਲੀ 'ਚ। ਬਾਪੂ ਕਿਵੇਂ? ਜਾਵਾਂਗੇ ਉੱਥੇ ਵਗਦੇ ਨੇੜੇ ਪਾਣੀ ਦੇ ਵਿੱਚ ਸੁਪਾਹ ਪਾ ਦਿੰਦੇ, ਜਾਂ ਕੀਰਤਪੁਰ ਸਾਹਿਬ ਲੈ ਜਾਂਦੇ, ਕਿਤੇ ਹੋਰ ਲੈ ਜਾਂਦੇ। ਆਹੀ ਕੁਛ ਹੁੰਦਾ। ਜੂਆ ਖੇਡ ਚੱਲਿਆ ਅਤੇ ਹਾਰ ਕੇ ਚਲਿਆ ਗਿਆ। ਕਬੀਰ ਜੀ ਨੇ ਮੋਹਰ ਲਾ ਕੇ ਆਖੀ, ਕਹੇ ਕਬੀਰ ਕਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾੜ। ਦੋਵੇਂ ਹੀ ਹੱਥ ਝਾੜ ਕੇ ਜੁਆਰੀ ਨੂੰ ਨਿਕਲਣਾ ਹੀ ਪੈਂਦਾ। ਜੂਆ ਖੇਡਣ ਵਾਲਾ ਬੰਦਾ ਹਾਰਦਾ ਹੀ ਹਾਰਦਾ, ਜਿੱਤਦਾ ਨਹੀਂ ਕਦੇ। ਪਤਾ ਵੀ ਹੁੰਦਾ ਜਿਹੜੇ ਸਾਹਮਣੇ ਹੁੰਦੇ ਨੇ ਨਾ, ਜਿਹੜੇ ਜੂਆ ਅੱਡਿਆਂ ਵਾਲਿਆਂ ਨੂੰ, ਵੀ ਹੁਣ ਜਿੱਤ ਰਿਹਾ, ਜਿਤਾਉਂਦੇ ਵੀ ਉਹਨੂੰ ਤਾਂ ਵੀ ਅੰਤ ਨੂੰ ਹਾਰੇ ਇਹ, ਉਹਨੇ ਹਾਰਨਾ ਹੀ ਹਾਰਨਾ ਹੁੰਦਾ। ਇਸ ਤਰੀਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਇਆ ਐਡੀ ਭੈੜੀ ਹੈ। ਮਾਇਆ ਮਮਤਾ ਹੈ ਬਹੁਰੰਗੀ, ਇਹ ਮੋਹ ਬੜੇ ਤਰੀਕਿਆਂ ਨਾਲ ਪਾਉਂਦੀ ਹੈ ਅਤੇ ਬੰਦੇ ਨੂੰ ਇੱਕ ਕਦਮ ਅੱਗੇ ਪੁੱਟਣ ਨਹੀਂ ਦਿੰਦੀ। ਬੰਦੇ ਨੂੰ ਲੱਗਦਾ ਮੈਂ ਖੌਰੇ ਜਿੱਤ ਜੂੰਗਾ, ਜਿੱਤ ਜੂੰਗਾ, ਜਿੱਤ ਜੂੰਗਾ, ਆਖਰੀ ਪਾਲੇ 'ਤੇ ਜਾ ਕੇ ਆਊਟ ਕਰਦੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਬਹੁ ਬਿਧ ਮਾਇਆ ਮੋਹ ਹੈਰਾਨੋ। ਹੈਰਾਨੋ ਦਾ ਅਰਥ ਹੈ ਚੋਰੀ ਕਰ ਰਿਹਾ, ਲੁੱਟ ਰਿਹਾ ਮਾਇਆ ਦਾ ਮੋਹ ਤੈਨੂੰ। ਇੱਕ ਬੜਾ ਸਾਡੇ ਦੇਸ਼ ਦਾ ਬੜਾ ਨਾਮਵਰ ਯੋਗੀ ਹੋਇਆ, ਯੋਗੀ ਭਰਥਰੀ ਹਰੀ ਉਹਦਾ ਨਾਮ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ। ਉਹ ਨਾਮਵਰ ਤਾਂ ਹੈ, ਆਮ ਤੇ ਯੋਗੀ ਹੋਰ ਬਥੇਰੇ ਹੋਏ ਨੇ, ਕੋਈ ਚਰਪਟਨਾਥ, ਕੋਈ ਘੁੱਗੂਨਾਥ, ਕੋਈ ਲੋਹਾਰੀ ਪਾ, ਕੋਈ ਕੁਛ, ਕੋਈ ਬਥੇਰੇ ਹੈ। ਪਰ ਉਹ ਐਸਾ ਯੋਗੀ ਸੀ ਕਿ ਉਹਦੇ ਵਿੱਚ ਖਾਸੀਅਤ ਇਹ ਸੀ ਕਿ ਰਾਜਿਆਂ ਦਾ ਪੁੱਤਰ ਸੀ, ਰਾਜਾ ਸੀ। ਰਾਜ ਭਾਗ ਛੱਡ ਕੇ ਭਰਥਰੀ ਯੋਗੀ ਬਣਿਆ ਸੀ, ਤਾਂ ਕਰਕੇ ਮਸ਼ਹੂਰ ਹੋ ਗਿਆ ਉਹ। ਐਡਾ ਵੱਡੀ ਗੱਲ ਕਿਤੇ ਸੌਖੀ ਹੈ ਰਾਜ ਛੱਡਣਾ। ਜਿਹੜਾ ਬੰਦਾ ਕੁਝ ਛੱਡ ਕੇ ਜਾਵੇ ਉਹ ਕੁਝ ਪਾਉਣ ਦੀ ਚਾਹਨਾ ਵੀ ਰੱਖਦਾ, ਵੀ ਇੰਨਾ ਕੁਝ ਛੱਡ ਕੇ ਆ, ਕੁਝ ਮਿਲੇ ਵੀ ਇਹਦੇ ਬਦਲੇ। ਅਤੇ ਨਹੀਂ ਤਾਂ ਮੇਰੇ ਵਰਗਾ ਤਾਂ ਇੰਨਾ ਹੀ ਹੁੰਦਾ, ਚਲੋ ਰੋਟੀਆਂ ਮਿਲ ਗਈਆਂ, ਚਲੋ ਠੀਕ ਹੈ ਬਸ। ਫਿਰ ਉਹਨੂੰ ਮਹਾਰਾਜ ਨੇ ਮੋਹਰ ਲਾ ਕੇ ਆਖਿਆ, ਰੋਟੀਆਂ ਕਾਰਨ ਪੂਰਾ ਤਾਲ, ਆਪ ਪਛਾੜੈ ਧਰਤੀ ਨਾਲ। ਗਾਵਹਿ ਗੋਪੀਆਂ ਗਾਵਨ ਕਾਨ, ਗਾਵਹਿ ਸੀਤਾ ਰਾਜੇ ਰਾਮ। ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਕਰ ਜਾਏ। ਮਹਾਰਾਜ ਕਹਿੰਦੇ ਲੋਕਾਂ ਦਾ ਹਾਸਾ ਬਣ ਕੇ ਰਹਿ ਜਾਂਦੇ ਆ। ਉਹ ਜਿਹੜਾ ਯੋਗੀ ਭਰਥਰੀ ਸੀ, ਉਹਨੇ ਫਿਰ ਆਪਣੇ ਉੱਤੇ ਸਾਧਨਾ ਕੀਤੀ, ਵੀ ਮੈਂ ਦੇਖਾਂ ਬਈ ਗੱਲ ਕੀ ਹੈ, ਇਹ ਇੰਨਾ ਕੁਝ ਛੱਡਿਆ ਜੇ। ਉਹਦੇ 3 ਗ੍ਰੰਥ ਬੜੇ ਮਸ਼ਹੂਰ ਗ੍ਰੰਥ ਹੈ, ਜਿਹੜੇ ਹਿੰਦੁਸਤਾਨੀ ਸਾਹਿਤ ਦੇ ਵਿੱਚ ਉਹ ਗ੍ਰੰਥਾਂ ਦਾ ਜੇ ਜ਼ਿਕਰ ਨਾ ਕਰੀਏ ਤਾਂ ਸਾਹਿਤ ਅਧੂਰਾ ਰਹਿ ਜਾਂਦਾ, ਜਾਣੀ ਇਉਂ ਕਹਿ ਲਓ। ਉਹਨਾਂ ਦੇ ਵਿੱਚੋਂ ਇੱਕ ਗ੍ਰੰਥ ਸੰਸਕ੍ਰਿਤ 'ਚ ਹੈ, ਤਿੰਨੇ। ਇੱਕ ਦਾ ਨਾਮ ਹੈ ਸ਼ਿੰਗਾਰ ਸ਼ਤਕ, ਇੱਕ ਦਾ ਨਾਮ ਹੈ ਨੀਤੀ ਸ਼ਤਕ। ਇੱਕ ਪਹਿਲਾ ਸ਼ਿੰਗਾਰ ਸ਼ਤਕ, ਨੀਤੀ ਸ਼ਤਕ ਦੂਜਾ, ਅਤੇ ਤੀਜਾ ਵਿਰਾਗ ਸ਼ਤਕ। ਇਹਨਾਂ ਤਿੰਨਾਂ 'ਚੋਂ ਵੀ ਜਿਹੜਾ ਕੋਈ ਮਹਾਤਮਾ ਲੋਕ ਜ਼ਰੂਰੀ ਪੜ੍ਹਾਉਂਦੇ ਆ, ਉਹਦਾ ਨਾਮ ਹੈ ਵੈਰਾਗਯ ਸ਼ਤਕ।
ਸ਼ਤਕ ਦਾ ਅਰਥ ਹੁੰਦਾ 100, ਜਾਣੀ ਉਹਦੇ 100 ਦੋਹਰੇ ਹੈ। ਵੈਰਾਗ ਦੇ ਸੰਬੰਧ ਵਿੱਚ ਸਭ ਤੋਂ ਉਹਨਾਂ ਤਿੰਨਾਂ 'ਚੋਂ ਜਿਹੜਾ ਸਿਰੇ ਦਾ ਉਹ ਵੈਰਾਗ ਸ਼ਤਕ ਹੈ। ਵੈਰਾਗ ਸ਼ਤਕ ਗ੍ਰੰਥ ਮੈਂ ਪੜ੍ਹ ਰਿਹਾ ਸੀ ਅਤੇ ਸਾਨੂੰ ਤਾਂ ਸਾਰੇ ਪੜ੍ਹਨੇ ਪੈਂਦੇ ਆ। ਉਹਦੇ ਵਿੱਚ ਉਹਨੇ ਆਪਣਾ ਯੋਗੀ ਭਰਥਰੀ ਹਰੀ ਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ, ਮੈਂ ਚਾਹੁੰਦਾ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਉਹਨੇ ਹੌਂਕਾ ਮਾਰਿਆ, ਕਹਿੰਦਾ ਹਾਏ ਹਾਏ, ਦੇਖੋ ਐਡਾ ਵੱਡਾ ਭਰਥਰੀ ਹਰੀ ਰਾਜ ਛੱਡ ਕੇ ਆਇਆ ਹੋਵੇ। ਬਿਕਰਮਾਦਿੱਤੇ ਦਾ ਭਰਾ ਸੀ, ਜਿੱਥੋਂ ਬਿਕਰਮੀ ਸੰਮਤ ਨਹੀਂ ਚੱਲਦਾ, ਬਿਕਰਮੀ ਸੰਮਤ ਇਹਦਾ ਭਰਾ ਸੀ ਛੋਟਾ, ਇਹਨੇ ਉਹਨੂੰ ਰਾਜ ਦਿੱਤਾ ਸੀ ਤਾਂ ਫਿਰ ਉਹ ਰਾਜਾ ਬਣਿਆ ਸੀ। ਉਹ ਵੀ ਬੜਾ ਸਿਆਣਾ ਰਾਜਾ ਸੀ। ਚਲੋ ਇਹਦੇ ਬਾਰੇ ਕਈ ਸਾਰੇ ਮਤਭੇਦ ਹੈ। ਇਹ ਐਡਾ ਵੱਡਾ ਰਾਜ ਹੈ, ਇਹਦੇ ਕੋਲ ਮੁੜ ਸੰਭਾਵਨਾ ਵੀ ਸੀ ਰਾਜ 'ਚ ਜਾਣ ਦੀ, ਕਿਉਂਕਿ ਇਹਨੂੰ ਚਾਹੁੰਦੇ ਹੀ ਬੜੇ ਸੀ, ਲੋਕਾਂ ਦਾ ਚਾਹ ਚਹੇਤਾ ਬੜਾ ਸੀ। ਇਹ ਇੱਦਾਂ ਨਹੀਂ ਸੀ ਵੀ AVM ਦੇ ਵਿੱਚ ਵੋਟਾਂ ਦੇ ਵਿੱਚ ਹੇਰਾ ਫੇਰੀ ਕਰਕੇ ਬਣਿਆ ਬੁਣਿਆ, ਇੱਦਾਂ ਦਾ ਕੰਮ ਨਹੀਂ ਸੀ। ਸੱਚੀ ਮੁੱਚੀ ਰਾਜਾ ਸੀ, ਅਸਲ ਬੰਦਾ ਸੀ, ਚੰਗਾ ਬੰਦਾ ਸੀ, ਇਹ ਵਧੀਆ ਬੰਦਾ ਸੀ। ਪਰ ਇਹ ਬੰਦੇ ਨੇ ਜਦੋਂ ਖੋਜ ਕੀਤੀ ਅਤੇ ਇਹਨੇ ਹੌਂਕਾ ਮਾਰਿਆ, ਕਹਿੰਦਾ ਹਾਏ ਹਾਏ। ਜਿਹੜੇ ਇਹਦੇ ਨਾਲ ਦੇ ਜੋਗੀ ਸੀ ਉਹ ਕਹਿੰਦੇ ਕਿਹੜੀ ਗੱਲ ਤੋਂ ਹਾਏ ਹਾਏ, ਹਾਏ ਕਹਿਣਾ ਤਾਂ ਉੱਦਾਂ ਹੀ ਮਾੜਾ ਹੁੰਦਾ, ਕਹਿੰਦੇ ਜੋਗੀ ਤਾਂ ਕਹਿ ਨਹੀਂ ਸਕਦਾ। ਕਾਰਨ ਕੀ ਹੈ? ਉਹ ਕਹਿੰਦਾ ਮੈਂ ਮਾਇਆ ਦੀ ਖੇਡ ਦੇਖ ਕੇ ਹੌਂਕਾ ਮਾਰਿਆ ਵੀ ਕੀ ਹੋ ਰਿਹਾ। ਕਹਿੰਦੇ ਵੀ ਕੀ ਗੱਲ? ਕਹਿੰਦਾ ਗੱਲ ਇਹ ਹੈ ਕਿ ਬੰਦੇ ਨੂੰ ਲੱਗਦਾ ਹੈ ਕਿ ਮੈਂ ਭੋਗ ਰਿਹਾ, ਜਿਵੇਂ ਫਰਜ਼ ਕਰ ਲਓ ਬੰਦੇ ਨੂੰ ਲੱਗਦਾ ਸ਼ਰਾਬ ਮੈਂ ਪੀ ਰਿਹਾ, ਇੱਦਾਂ ਹੀ ਬੰਦੇ ਨੂੰ ਲੱਗਦਾ ਹੈ ਕਿ ਭੋਗ ਮੈਂ ਭੋਗ ਰਿਹਾ। ਫਿਰ ਕਹਿੰਦੇ ਭਰਥਰੀ ਹਰੀ ਕਹਿੰਦਾ ਦਰਅਸਲ ਬੰਦਾ ਸ਼ਰਾਬ ਨਹੀਂ ਪੀਂਦਾ, ਬੰਦੇ ਨੂੰ ਇਹ ਪੀ ਜਾਂਦੀ ਹੈ। ਉਹ ਕਹਿੰਦਾ ਇੱਦਾਂ ਹੀ ਬੰਦਾ ਭੋਗ ਨਹੀਂ ਭੋਗਦਾ, ਭੋਗ ਬੰਦੇ ਨੂੰ ਭੋਗ ਜਾਂਦੇ ਆ। ਭੋਗ ਤਾਂ ਉੱਥੇ ਹੀ ਰਹਿੰਦੇ ਆ, ਕਿਤੇ ਖਤਮ ਹੁੰਦੇ ਆ। ਸ਼ਰਾਬ ਇੱਦਾਂ ਦੇ ਬੰਦੇ ਵੀ ਦੇਖੇ ਜਿਨ੍ਹਾਂ ਨੇ ਮਤਲਬ ਜਦੋਂ ਤੋਂ ਸੁਰਤ ਸੰਭਲੀ, ਬਸ ਉਦੋਂ ਬਾਅਦ ਸੁਰਤ ਨਹੀਂ ਸੰਭਲੀ ਉਹਨਾਂ ਦੀ। ਸ਼ਰਾਬ 'ਚ ਇੱਕ ਵਾਰੀ ਸੁਰਤ ਸੰਭਲੀ, ਅਕਲ ਆਈ, ਉਮਰ ਹੋ ਗਈ ਮਾੜੀ ਜੀ, ਮੁੜ ਕੇ ਸ਼ਰਾਬ 'ਚ ਇੰਨੇ ਟੁੰਨ ਰਹੇ ਕਿ ਜੋ ਮਰਜ਼ੀ ਹੁੰਦਾ ਗਿਆ। ਮੁਹੰਮਦ ਸ਼ਾਹ ਰੰਗੀਲਾ, ਉਹਦਾ ਨਾਂ ਵੀ ਇੱਦਾਂ ਦਾ ਸੀ, ਉੱਦਾਂ ਵੀ ਰੰਗੀਲਾ ਹੀ ਸੀ। ਇੰਨੀ ਸ਼ਰਾਬ ਪੀਂਦਾ ਸੀ, ਇੰਨੀ ਕਿ ਉਹਦੇ ਉੱਤੇ ਨਾਦਰ ਸ਼ਾਹ ਚੜ੍ਹ ਕੇ ਆਇਆ। ਉਹਨੇ ਚਿੱਠੀ ਭੇਜੀ ਵੀ ਮੈਂ ਆ ਗਿਆ, ਦਿੱਲੀ ਦਾ ਬਾਦਸ਼ਾਹ ਸੀ ਇਹ ਰੰਗੀਲਾ। ਉਹਨੇ ਆਖਿਆ, ਕਹਿੰਦਾ ਮੈਂ ਆ ਗਿਆ ਅਤੇ ਤੂੰ ਤਿਆਰੀ ਕਰ ਲੈ ਆਪਣੀ। ਤੁਸੀਂ ਕਹਾਵਤ ਨਹੀਂ ਸੁਣਦੇ ਹੁੰਦੇ ਵੀ ਦਿੱਲੀ ਬੜੀ ਦੂਰ ਹੈ, ਉੱਥੋਂ ਸ਼ੁਰੂ ਹੋਈ ਹੈ। ਜਿਹੜੀ ਚਿੱਠੀ ਸੀ ਨਾ ਭੇਜੀ ਹੋਈ, ਇਹਦਾ ਸੇਵਾਦਾਰ ਲੈ ਕੇ ਇਹਦੇ ਕੋਲ ਚਿੱਠੀ ਲੈ ਕੇ ਗਿਆ ਵੀ ਆਹ ਲੈ, ਚੜ੍ਹ ਕੇ ਦੁਸ਼ਮਣ ਆ ਰਿਹਾ। ਉਹਨੇ ਚਿੱਠੀ, ਇਹਨੇ ਉਹ ਚਿੱਠੀ ਸ਼ਰਾਬ ਦੇ ਪਿਆਲੇ 'ਚ ਇੱਦਾਂ ਭੇਜਤੀ, ਇੱਦਾਂ ਘੋਲਤੀ, ਅਤੇ ਨਾਲ ਕਹਿੰਦਾ ਦਿੱਲੀ ਤਾਂ ਹਜੇ ਬੜੀ ਦੂਰ ਹੈ। ਇੱਦਾਂ ਹੀ ਪਤਾ ਲੱਗਿਆ ਜਦੋਂ ਰਾਤੋਂ ਰਾਤ ਅਗਲੇ ਦਰਵਾਜ਼ਿਆਂ 'ਤੇ ਟੁੱਕ ਗਏ ਅਤੇ ਇੱਕ ਰਾਤ ਇੱਕ ਦਿਨ ਦੇ ਵਿੱਚ ਦਿੱਲੀ ਦੇ ਵਿੱਚ 70,000 ਬੰਦੇ ਦਾ ਕਤਲ ਕੀਤਾ ਸੀ। ਅਤੇ ਉਹ ਬੰਦੇ ਨੂੰ ਅਕਲ ਫਿਰ ਵੀ ਨਹੀਂ ਆਈ ਸ਼ਰਾਬ ਦੇ ਵਿੱਚ, ਜਿਹੜੀ ਇੰਨਾ ਟੁੰਨ ਬੰਦੇ ਨੂੰ ਲੱਗਦਾ ਮੈਂ ਪੀ ਰਿਹਾ, ਪਰ ਇਹ ਸ਼ਰਾਬ ਨੇ ਪਤਾ ਨਹੀਂ ਕਿੰਨਿਆਂ ਕੁ ਦੇ ਰਾਜ ਪੀ ਲਏ, ਪਤਾ ਨਹੀਂ ਕਿੰਨਿਆਂ ਦੇ ਧੀ ਪੁੱਤ ਪੀ ਲਏ, ਕਿੰਨਿਆਂ ਦੇ ਮਾਪੇ ਪੀ ਲਏ। ਇਹ ਉੱਦਾਂ ਦੀ ਨਿੱਤ ਨਵੇਂ ਬ੍ਰਾਂਡ ਦੀ ਆ ਰਹੀ ਹੈ ਅਤੇ ਰੰਗ ਬਿਰੰਗੀ ਆ ਰਹੀ ਹੈ। ਖਤਮ ਹੋਈ? ਕਦੇ ਮੁਕਾ ਸਕਿਆ ਕੋਈ ਬੰਦਾ ਵੀ ਮੈਂ ਤਾਂ ਮੁਕਾ ਕੇ ਹਟੋ? ਨਾ, ਇਹ ਨਹੀਂ ਮੁੱਕਦੇ। ਇੱਦਾਂ ਹੀ ਦੁਨੀਆ ਦੇ ਸਾਰੇ ਪਦਾਰਥਾਂ 'ਤੇ ਇਹ ਨਿਆਂ ਨਿਯਮ ਲਾਗੂ ਹੁੰਦਾ ਹੈ। ਕੋਈ ਆਖੇ ਜੀ ਵੀ ਇਹ ਜੋ ਆਖਰੀ ਉਹ ਨਿਯਮ ਹੈ ਨਾ, ਇਹ ਵੀ ਆਖਰੀ ਉਹ ਚੀਜ਼ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਬਹੁ ਵਿਧ ਮਾਇਆ ਮੋਹ ਹੈਰਾਨੋ। ਮਾਇਆ ਵੀ ਇੱਦਾਂ ਹੀ ਆ, ਬੜੇ ਤਰੀਕਿਆਂ ਦੇ ਨਾਲ, ਰੰਗ ਬਦਲ ਤਰੀਕਿਆਂ ਦੇ ਨਾਲ ਬੰਦੇ ਨੂੰ ਲੁੱਟਦੀ ਹੈ। ਬੰਦੇ ਨੂੰ ਲੱਗਦਾ ਲੈ ਵੀ ਹੁਣ ਖਤਮ ਹੀ ਕਰ ਲਾਂ ਇਹਨੂੰ, ਪਰ ਮਹਾਰਾਜ ਕਹਿੰਦੇ ਨਾ, ਇਹ ਲੁੱਟ ਰਹੀ ਹੈ ਤੈਨੂੰ। ਅਗਲੀ ਪੰਕਤੀ 'ਚ ਕੀ ਕਹਿੰਦੇ? ਕੋਟ ਮੱਧੇ ਕੋ ਬਿਰਲਾ ਸੇਵਕ
ਪੂਰਨ ਭਗਤ ਚਰਾਨੋ ਕੋਟ ਮੱਧੇ ਕੋਊ ਬਿਰਲਾ ਸੇਵਕ। ਹੁਣ ਆ ਲੁੱਟ ਦੀ ਭਾਗੀਦਾਰ ਜਣੀ ਆਪਣੇ ਆਪ ਨੂੰ ਲੁਟਵਾ ਰਹੀ ਹੈ ਅਤੇ ਬਥੇਰੀ ਦੁਨੀਆ ਆਪਣੇ ਆਪ ਨੂੰ ਲੁਟਵਾ ਰਹੀ ਹੈ। ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰਨ, ਗੁਣਾ ਗਵਾਈ ਕੰਠੜੀ ਅਵਗਣ ਚੱਲੀ ਵੰਨ। ਆਪਣੇ ਆਪ ਨੂੰ ਇਹਨਾਂ ਠੱਗਾਂ ਤੋਂ ਠਗਵਾ ਰਹੀ ਹੈ ਬੜੀ ਦੁਨੀਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਰ ਕੋਈ ਐਸਾ ਵੀ ਹੈ ਜਿਹੜਾ ਬਚ ਗਿਆ। ਉਹ ਕੌਣ ਹੈ? ਮਹਾਰਾਜ ਕਹਿੰਦੇ ਕੋਟ ਮੱਧੇ ਕੋ ਬਿਰਲਾ ਸੇਵਕ। ਕਰੋੜਾਂ ਚੋਂ ਕੋਈ ਇੱਕ ਅੱਧਾ ਵਿਰਲਾ ਬਚਦਾ ਵੀ ਹੈ। ਉਹ ਕੌਣ ਹੈ? ਸੇਵਕ, ਜਿਹੜਾ ਰੱਬ ਦਾ ਪਰਮਾਤਮਾ ਦਾ ਸੇਵਕ ਹੈ। ਉਹ ਮਾਇਆ ਦੇ ਠੱਗੀ ਤੋਂ ਬਚਦਾ। ਫਿਰ ਉਹਨੂੰ ਪਤਾ ਲੱਗਦਾ ਵੀ ਇਹ ਕਿਹੜੇ ਤਰੀਕੇ ਨਾਲ ਠੱਗਦੀ ਹੈ। ਕਬੀਰ ਜੀ ਕਹਿੰਦੀ ਕਬੀਰ ਆਈ ਮੁਝ ਹੈ ਪਹਿ, ਅਨਕ ਕਰੇ ਕਰ ਪੇਸ਼। ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਆਈ ਹੈ ਇਹ, ਇੱਕ ਵਾਰ ਨਹੀਂ ਕਈ ਵਾਰ ਆਈ, ਭੇਸ਼ ਬਦਲ ਕੇ ਆਈ। ਕਦੇ ਕਿਸੇ ਭੇਸ਼ ਵਿੱਚ, ਕਦੇ ਕਿਸੇ ਭੇਸ਼ ਵਿੱਚ, ਕਦੇ ਕਿਸੇ ਭੇਸ਼ ਵਿੱਚ, ਕਦੇ ਕਿਸੇ ਭੇਸ਼ ਵਿੱਚ। ਪਰ ਕਬੀਰ ਜੀ ਕਹਿੰਦੇ ਮੇਰੇ ਤੇ ਮੇਰੇ ਗੁਰੂ ਨੇ ਕਿਰਪਾ ਕਰਤੀ, ਮੈਨੂੰ ਰੱਖ ਲਿਆ, ਬਚਾ ਲਿਆ। ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਮੈਨੂੰ ਮੇਰੇ ਗੁਰੂ ਨੇ ਰੱਖਿਆ ਕੀਤੀ ਮੇਰੇ ਇਹ ਤੋਂ, ਤੇ ਮੈਨੂੰ ਮੱਥਾ ਟੇਕ ਕੇ ਚਲ ਗਈ ਵੀ ਜਾ ਕਬੀਰ ਦੂਰੋਂ ਹੀ। ਕਿਉਂ? ਨਾਕੋ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ। ਕਹਿ ਕਬੀਰ ਸੰਤਨ ਕੀ ਵੈਰਨ, ਤੀਨ ਲੋਕ ਕਉ ਪਿਆਰੀ। ਕਬੀਰ ਜੀ ਕਹਿੰਦੇ ਤਿੰਨੇ ਲੋਕ ਪਿਆਰ ਕਰਦੇ ਇਹਨੂੰ, ਮੇਰੇ ਕੋਲ ਆ ਜੇ, ਮੇਰੇ ਕੋਲ ਆ ਜੇ। ਕਬੀਰ ਜੀ ਕਹਿੰਦੇ ਮੈਂ ਇਹਨੂੰ ਨੱਕ ਕੰਨ ਕੱਟਤੇ, ਮਤਲਬ ਬੰਦਾ ਜ਼ਿਆਦਾ ਤਨ ਮੇਰਾ ਨੱਕ ਰਹਿ ਜੇ ਇਸ ਲਈ ਇਕੱਠਾ ਕਰਦਾ ਹੈ, ਜਾਂ ਆਪਣੀ ਉਸਤਤੀ ਸੁਣ ਲਈ। ਕਬੀਰ ਜੀ ਕਹਿੰਦੇ ਅਸੀਂ ਨਹੀਂ ਸੁਣਦੇ, ਆਪਣੀ ਉਸਤਤੀ ਨਹੀਂ ਕਰਾਉਣੀ, ਅਸੀਂ ਨਹੀਂ ਆਪਣਾ ਨੱਕ ਰੱਖਣਾ, ਜਾਓ ਨਹੀਂ ਰਹਿੰਦਾ ਨਾ ਰਵੇ। ਇਹ ਮਾਇਆ ਦਾ ਜਿਹੜਾ ਪ੍ਰਭਾਵ ਹੈ ਇਹਨਾਂ ਚੀਜ਼ਾਂ 'ਚ ਫਸ ਕੇ ਬੰਦਾ ਕਰਦਾ। ਮਹਾਰਾਜ ਜੀ ਕਬੀਰ ਸਾਹਿਬ ਉਹ ਕਹਿੰਦੇ ਤੂੰ ਬਚ ਗਿਆ। ਕੋਟ ਮੱਧੇ ਕੋਊ ਬਿਰਲਾ ਸੇਵਕ। ਕਰੋੜਾਂ 'ਚੋਂ ਹੀ ਕੋਈ ਇੱਕ ਅੱਧਾ ਹੀ ਹੈ, ਬਿਰਲਾ ਹੀ ਹੈ। ਉਹ ਵੀ ਪ੍ਰਮਾਤਮਾ ਦਾ ਸੇਵਕ। ਪੂਰਨ ਭਗਤ ਚਰਾਨੋ, ਉਹ ਵੀ ਜਿਹਦੀ ਭਗਤੀ ਪਰਿਪੂਰਨ ਵਾਹਿਗੁਰੂ ਅਕਾਲ ਪੁਰਖ ਦਾ ਭਗਤ ਹੋਵੇ। ਚਰਾਨੋ ਚਿਰੋਕਣਾ ਹੀ, ਲੰਮੇਰੇ ਸਮੇਂ ਤੋਂ ਹੀ, ਮਤਲਬ ਮਸਤਕ 'ਤੇ ਮੋਹਰ ਲੱਗੀ ਹੋਵੇ, ਵਕਤੀ ਨਾ ਹੋਵੇ, ਚਿਰਾਨੋ ਹੋਵੇ। ਵਕਤੀ ਹੁੰਦਾ ਹੈ ਸਵਾਰਥੀ, ਵੀ ਅੱਜ ਲੋੜ ਹੈ ਚਲੋ ਅੱਜ ਗੁਰਦੁਆਰੇ ਵਾਹਿਗੁਰੂ ਕਰ ਦਿੱਤਾ, ਅੱਜ ਆ ਕੇ ਮੱਥਾ ਵੀ ਟੇਕਤਾ ਗੁਰਦੁਆਰੇ, ਆ ਕੇ मीडिया ਵਿੱਚ भी बयान ਦਿੱਤਾ गुरुद्वारे में बड़ा बढ़िया लगता है गुरुद्वारे में। चल ਜਦੋਂ ਉੱਧਰ ਨੂੰ ਗਏ ਉੱਥੇ ਜਾ ਕੇ ਉਹਨਾਂ ਕਾਗਜ਼ਾਂ 'ਤੇ ਦਸਤਖਤ ਕਰਨੇ ਵੀ ਢਾਹ ਦਿਓ ਗੁਰਦੁਆਰਾ, ਕੋਈ ਨਹੀਂ। ਇੱਧਰ ਨੂੰ ਆਉਣਾ, ਇੱਧਰ ਨੂੰ ਆ ਕੇ ਕਹਿਣਾ ਜੀ गुरुद्वारे तो छान है देश की, गुरुद्वारा में लंगर बड़ा चलता है, गुरुद्वारा ये सिख तो बड़े अच्छे होते हैं, ऐसे कह देना। ਸਾਡੇ ਵਰਗੇ ਭੱਜੇ ਫਿਰਦੇ ਹੁੰਦੇ ਆ ਸਰੋਪੇ ਪਾਉਣ ਨੂੰ, ਆਰਡਰ ਚੜ੍ਹਿਆ ਹੁੰਦਾ ਪਿੱਛੋਂ ਵੀ ਇਹਨੂੰ ਸਰੋਪੇ ਜ਼ਰੂਰ ਦੇਣੇ ਆ ਦਸ਼ਾਲਾ। ਕੋਈ ਗੁਰਸਿੱਖ ਆ ਜੇ ਉਦੋਂ ਚੁਕਾ ਵੀ ਦਿੰਦੇ ਆ ਵੀ ਚੱਕ ਦੋ, ਉੱਥੇ ਹੋਣਾ ਨਹੀਂ ਚਾਹੀਦਾ, ਜੇ ਉੱਥੇ ਹੋਵੇ ਕਿਤੇ ਕੋਈ ਪਾਏ ਨਾ ਦੇਵੇ। ਇਹ ਵੀ ਗੱਲ ਹੈ ਨਾ, ਇਹ ਸਭ ਰਾਜਨੀਤੀ। ਪਰ ਹੁਣ ਗੁਰੂ ਨੂੰ ਨਹੀਂ ਠੱਗਿਆ ਜਾ ਸਕਦਾ। ਸਾਡੇ ਵਰਗੇ ਬੰਦੇ ਇਹ 'ਚ ਫਸ ਸਕਦੇ ਆ, ਨਿਜ਼ਾਮ ਇਹ 'ਚ ਫਸ ਸਕਦਾ ਹੈ, ਪਰ ਗੁਰੂ ਨੂੰ ਨਹੀਂ। ਗੁਰੂ ਨੂੰ ਤਾਂ ਪਤਾ ਵੀ ਤੂੰ ਇੱਥੇ ਤਾਂ ਕੁਛ ਹੋਰ ਕਹਿਣਾ, ਤੂੰ ਅੰਦਰੋਂ ਕੁਝ ਹੋਰ ਹੈ, ਵਕਤੀ ਤੌਰ 'ਤੇ ਤੂੰ ਗੱਲਾਂ ਕਰਨਾ, ਇਹ ਰਾਜਨੀਤੀ ਹੈ ਤੇਰੀ, ਗੁਰੂ ਨਾਲ ਨਹੀਂ। ਗੁਰੂ ਮਹਾਰਾਜ ਕਹਿੰਦੇ ਪੂਰਨ ਭਗਤ ਚਿਰਾਨੋ, ਜਿਹੜਾ ਚਿਰੋਕਣਾ ਹੀ ਭਾਵ ਜਿਹਦੇ ਮੁੱਢ ਦੇ ਵਿੱਚ ਜੜ 'ਚ ਹੋਵੇ, ਉਹ ਧਾਰਨਾ, ਉਹ ਸਾਧਨਾ, ਉਹ ਵਿਸ਼ਵਾਸ, ਉਹ ਯਕੀਨ, ਫਿਰ ਬਚਦਾ ਹੈ ਤੂੰ, ਫਿਰ ਗੁਰੂ ਦੀ ਰੱਖਿਆ ਵੀ ਕਰਦਾ, ਬਚਾਉਂਦਾ ਵੀ ਹੈ ਫਿਰ ਆਪੇ। ਇਹ ਨਹੀਂ ਕਿ ਉਹਦੀ ਰੱਖਿਆ ਨਹੀਂ ਕਰਦਾ, ਕਰਦਾ ਹੈ, ਫਿਰ ਆਪ ਖੜ੍ਹਦਾ। ਜਿਵੇਂ ਇੱਕ ਥੋੜ੍ਹੀ ਜਿਹੀ ਸਾਖੀ ਸੁਣਾ ਦੇਵਾਂ, ਕਈ ਦਿਨ ਹੋ ਗਏ ਸਾਖੀ ਮੈਂ ਸੁਣਾਈ ਨਹੀਂ।
ਗੁਰੂ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਆਇਆ। ਸਿੱਖ ਆਇਆ ਜੀ, ਉਹ ਢਾਲ ਲੈ ਕੇ ਆਇਆ, ਬੜੀ ਸੋਹਣੀ ਢਾਲ। ਤੁਹਾਨੂੰ ਪਤਾ ਹੀ ਹੈ, ਸ਼ਸਤਰ ਨੂੰ ਰੋਕਦੀ, ਜਿਹੜੀ ਹੱਥ 'ਚ ਫੜਦੇ ਸੀ ਪੁਰਾਣੇ ਟਾਈਮਾਂ ਵਿੱਚ। ਉਹ ਢਾਲ ਗੁਰੂ ਜੀ ਦੇ ਕੋਲ ਲਿਆਇਆ ਅਤੇ ਮਹਾਰਾਜ ਜੀ ਨੂੰ ਭੇਟ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਪਾਤਸ਼ਾਹ ਜੀ ਨੇ ਦੇਖ ਕੇ ਕਹਿੰਦੇ ਬੜੀ ਵਧੀਆ ਢਾਲ ਹੈ, ਸੋਹਣੀ ਹੈ। ਹੁਣ ਉਹ ਤਾਂ ਰੁਕਿਆ ਨਾ ਗਿਆ, ਉਹ ਕਹਿੰਦਾ ਮਹਾਰਾਜ ਬਹੁਤ ਵੱਡੀ ਵਧੀਆ, ਜ਼ਿਆਦਾ ਹੀ ਵਧੀਆ ਢਾਲ ਹੈ। ਗੁਰੂ ਜੀ ਨੇ ਦੇਖ ਕੇ ਕਹਿੰਦੇ ਹਾਂ ਢਾਲ ਤਾਂ ਵਧੀਆ ਭਾਈ ਤੇਰੀ, ਲੈ ਫੜ ਰੱਖ ਆਪਣੇ ਕੋਲ। ਕਹਿੰਦਾ ਮਹਾਰਾਜ ਇੰਨੀ ਵਧੀਆ ਢਾਲ ਹੈ, ਇਹਦੇ ਵਰਗੀ ਢਾਲ ਨਹੀਂ ਕੋਈ ਹੋਣੀ। ਇੱਥੇ ਤੱਕ ਵੀ ਠੀਕ ਸੀ। ਗੁਰੂ ਜੀ ਕਹਿੰਦੇ ਠੀਕ ਹੈ, ਹਰੇਕ ਚੀਜ਼ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ। ਦੁਨੀਆ 'ਚ ਇੱਕ ਤੁਸੀਂ ਘਾਹ ਦਾ ਕਿਣਕਾ ਚੱਕ ਲਓ, ਦੁਨੀਆ 'ਚ ਦੂਜਾ ਉਹਦੇ ਵਰਗਾ ਕਿਣਕਾ ਨਹੀਂ ਹੋਣਾ। ਇੱਕ ਰੁੱਖ ਦਾ ਪੱਤਾ ਤੋੜ ਲਓ, ਜੇ ਤੁਸੀਂ ਬਹੁਤ ਗਹਿਰਾਈ ਨਾਲ ਦੇਖੋਗੇ, ਦੂਜਾ ਪੂਰੀ ਦੁਨੀਆ 'ਚ ਉਹਦੇ ਵਰਗਾ ਪੱਤਾ ਨਹੀਂ ਲੱਭੂਗਾ ਤੁਹਾਨੂੰ। ਕੁਛ ਨਾ ਕੁਛ ਉਹਦੇ ਰੰਗ 'ਚ, ਉਹਦੇ ਆਕਾਰ 'ਚ, ਉਹਦੇ ਵਜਨ 'ਚ, ਉਹਦੀ ਬਣਾਵਟ 'ਚ, ਉਹਦੇ ਵਿਚਲੇ ਤੱਤਾਂ 'ਚ, ਉਹਦੇ ਵਿਚਲੀਆਂ ਰਸਾਇਣਾਂ 'ਚ ਕੁਝ ਨਾ ਕੁਝ ਫਰਕ ਪੈਂਦਾ ਹੀ ਪੈਂਦਾ। ਸਮੇਂ 'ਚ ਇਹ ਚੀਜ਼ਾਂ ਦਾ ਬਹੁਤ ਫਰਕ ਹੁੰਦਾ। ਮਹਾਰਾਜ ਨੇ, ਮਹਾਰਾਜ ਸ੍ਰਿਸ਼ਟੀ ਦੇ ਕਰਤਾ ਨੇ, ਉਹ ਕਹਿੰਦੇ ਠੀਕ ਹੈ, ਨਹੀਂ ਹੈਗੀ ਕੋਈ ਤਾਂ ਠੀਕ ਹੈ। ਫਿਰ ਉਹ ਤੋਂ ਟਿਕਿਆ ਨਹੀਂ ਗਿਆ। ਮੇਰੇ ਵਰਗੇ ਹਲਕੇ ਮਾਜਨੇ ਵਾਲਾ ਸੀ ਬੰਦਾ। ਕਹਿੰਦਾ ਮਹਾਰਾਜ ਇਹ ਇੰਨੀ ਤਕੜੀ ਹੈ ਵੀ ਇਹ ਤਾਂ ਨਿਸ਼ਾਨਾ ਪਰਖੋ, ਇਹਨੂੰ ਤੁਸੀਂ ਬਿੰਨ ਨਹੀਂ ਸਕਦੇ। ਹੁਣ ਮਹਾਰਾਜ ਨੂੰ ਇਹ ਕਹਿ ਦੇਣਾ ਵੀ ਤੁਸੀਂ ਆਹ ਨਹੀਂ ਕਰ ਸਕਦੇ, ਬਸ ਫਿਰ ਉਹ ਮਹਾਰਾਜ 'ਤੇ ਸਿੱਧਾ ਹੀ ਸ਼ੰਕਾ ਹੈ। ਮਹਾਰਾਜ ਤੇ ਟਿੱਬਿਆਂ 'ਚ ਸਮੁੰਦਰ ਲਿਆ ਸਕਦੇ ਅਤੇ ਸਮੁੰਦਰੀ ਜਗ੍ਹਾ 'ਤੇ ਟਿੱਬੇ ਬਣਾ ਸਕਦੇ। ਇਹ ਸਮਰੱਥਾ ਗੁਰੂ ਪਾਤਸ਼ਾਹ ਦੇ ਵਿੱਚ ਹੈ, ਇੰਨੀ ਹੈ ਇਹ। ਅਤੇ ਉਹ ਕਹਿਣ ਲੱਗਾ ਜੀ ਮੇਰੀ ਤਾਂ ਇੰਨੀ ਵਧੀਆ ਢਾਲ। ਗੁਰੂ ਗੋਬਿੰਦ ਸਿੰਘ ਕਹਿੰਦੇ ਚੰਗਾ ਫਿਰ, ਅੱਛਾ ਲੈ ਫਿਰ ਐਡੀ ਗੱਲ ਆ ਤਾਂ ਫਿਰ ਸਵੇਰੇ ਪਰਖਾਂਗੇ। ਲੈ ਲਿਆਈ ਤੂੰ ਆਪਣੀ ਢਾਲ ਅਤੇ ਮੈਂ ਨਿਸ਼ਾਨਾ ਲਾਊਂਗਾ ਅਤੇ ਪਰਖ ਕਰਾਂਗੇ ਫਿਰ ਇਹਦੀ। ਹੁਣ ਉਦੋਂ ਤਾਂ ਗੱਲ ਕਹਿ ਬੈਠਾ, ਥੋੜ੍ਹਾ ਜਿਹਾ ਸਮਾਂ ਲੰਘ ਗਿਆ, ਕਿਤੇ ਆਪਸ ਮੇਂ ਓਹੋ ਆਪਣੇ ਮਨ 'ਚ ਵਿਚਾਰ ਆਈ, ਓਹੋ ਇਹ ਕੀ ਕਰ ਬੈਠਾ ਮੈਂ, ਚੈਲੰਜ ਕਿਹਨੂੰ ਕਰ ਬੈਠਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਉਹ ਤਾਂ ਜੇ ਪਹਾੜ ਵੱਲ ਤੀਰ ਛੱਡ ਦੇਣ ਅਤੇ ਪਹਾੜ ਚਕਨਾਚੂਰ ਹੋ ਜਾਏ, ਪਰਬਤ ਹਿੱਲ ਜਾਏ, ਉਹਨਾਂ ਦੇ ਤੇ ਬਚਨ ਦੇ ਨਾਲ ਧਰਤੀ ਕੰਬ ਜਾਵੇ, ਅਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਕਹਿ ਬੈਠਾ ਵੀ ਮੇਰੀ ਢਾਲ ਨੂੰ ਪਾੜ ਨਹੀਂ ਸਕਦਾ ਕੋਈ ਤੁਹਾਡਾ ਨਿਸ਼ਾਨਾ। ਫਿਰ ਭੱਜਿਆ, ਸਿੱਖਾਂ ਕੋਲ ਗਿਆ, ਕਿਉਂਕਿ ਗੁਰੂ ਨੂੰ ਮਨਾਉਣ ਦੇ ਲਈ ਉਹਦੇ ਸਿੱਖ ਬੜੇ ਕਾਰਗਰ ਹੁੰਦੇ ਆ। ਹਮੇਸ਼ਾ ਹੀ ਸਿੱਖਾਂ ਦੀ ਸੇਵਾ, ਸਿੱਖਾਂ ਦਾ ਪਿਆਰ ਹੋਵੇ ਅਤੇ ਗੁਰੂ ਬਖਸ਼ ਲੈਂਦਾ। ਸਿੱਖਾਂ ਕੋਲ ਜਾ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਨੂੰ ਮੈਂ ਇਹ ਗੱਲ ਕਹਿ ਬੈਠਾ, ਮੈਨੂੰ ਹੁਣ ਦੱਸੋ ਮੈਂ ਕੀ ਕਰਾਂ। ਉਹਨੇ ਸਿੰਘਾਂ ਨੇ ਆਖਿਆ ਤੂੰ ਇਉਂ ਕਰ, ਅਰਦਾਸ ਕਰਾ ਸਿੰਘਾਂ ਤੋਂ। ਉਹਨੇ ਜੀ ਇਤਿਹਾਸ 'ਚ ਆਉਂਦਾ, ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਆਉਂਦਾ। ਉਹਨੇ ਜੀ ਆਇਆ ਸੀ ਅਤੇ 5-7 ਸਿੰਘ ਇਕੱਠੇ ਕੀਤੇ, ਲੰਗਰ ਬਣਾਇਆ, ਪ੍ਰਸ਼ਾਦਾ ਛਕਾਇਆ ਅਤੇ ਆਪਣੀ ਦਿਲ ਦੀ ਵਿੱਥਿਆ ਦੱਸੀ ਅਤੇ ਕਹਿੰਦਾ ਬੇਨਤੀ ਕਰੋ ਹੁਣ ਮੇਰੀ ਲਾਜ ਰੱਖ ਲੈਣ ਅਤੇ ਮਹਾਰਾਜ ਚਾਹਣ ਅਤੇ ਕੀ ਨਹੀਂ ਕਰ ਸਕਦੇ। ਚਲੋ ਸਿੰਘਾਂ ਨੇ ਅਰਦਾਸ ਬੇਨਤੀ ਕੀਤੀ। ਸਵੇਰ ਹੋ ਗਈ, ਦੀਵਾਨ ਸਜਾ। ਹੁਣ ਪਿੱਛੇ ਜੇ ਬਹਿ ਗਿਆ ਲੁੱਕ ਕੇ ਵੀ ਚਲੋ ਟਾਈਮ ਲੰਘ ਜੂ, ਅੱਜ ਗੱਲ ਬੀਤ ਗਈ, ਲੰਘ ਗਈ ਤਾਂ ਲੰਘ ਗਈ, ਮੁੜ ਕੇ ਕਿਹਨੇ ਪੁੱਛਣਾ। ਦੀਵਾਨ ਸਜਿਆ। ਕੀਰਤਨ ਸਮਾਪਤੀ ਤੋਂ ਬਾਅਦ ਜਦੋਂ ਵਿਚਾਰਾਂ ਚੱਲੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਗੱਲ ਉੱਥੇ ਹੀ ਸ਼ੁਰੂ ਕਰ ਲਈ। ਕਹਿੰਦੇ ਹਾਂ ਬਈ ਲਿਆਓ ਕੱਲ੍ਹ ਵਾਲੀ ਢਾਲ, ਪਰਖ ਕਰੀਏ। ਹੁਣ ਦੁਨੀਆ ਨੂੰ ਠੱਗਿਆ ਜਾ ਸਕਦਾ, ਗੁਰੂ ਨੂੰ ਕਿਹੜਾ ਭੁਲਾਵੇ। ਬੜਾ ਹੁਣ ਕੰਬ ਉੱਠਿਆ ਵੀ ਹੈ, ਮੈਂ ਤਾਂ ਸੋਚਦਾ ਸੀ ਅੱਗੇ ਹੀ ਨਹੀਂ ਬੈਠਿਆ, ਲੁੱਕੇ ਜੇ ਬੈਠਿਆ, ਗੱਲ ਨਹੀਂ, ਸੰਦਰਭ ਨਹੀਂ, ਤੁਰਿਆ ਨਹੀਂ, ਪਰ ਬੈਠਦੇ ਹੀ ਕਹਿੰਦੇ ਲਿਆਓ ਢਾਲ, ਪਰਖ ਕਰੀਏ। ਉੱਠੇ ਨਾ ਮਾਰੇ, ਕਹਿੰਦੇ ਉੱਠ ਉੱਠ
ਆ ਗਏ, ਆ ਗਿਆ ਜੀ। ਢਾਲ ਕਿੱਥੇ ਹੈ? ਉਹ ਉੱਥੇ ਪਈ ਹੈ ਜੀ। ਮਤਲਬ ਮੰਗਾ ਆਪਣੀ, ਮੰਗਾਈ ਗਈ। ਲੈ ਫਿਰ ਕਰ ਤੇਰੀ ਢਾਲ। ਢਾਲ ਫਿਰ ਮਹਾਰਾਜ ਦੇ ਸਾਹਮਣੇ ਕੀਤੀ ਉਹਨੇ ਨਾ। ਗੁਰੂ ਗੋਬਿੰਦ ਸਿੰਘ ਕਹਿੰਦੇ ਲਿਆ ਫੜਾਓ ਉਹ ਬੰਦੂਕ ਸਿੰਘ। ਉਹ ਬੰਦੂਕ ਚੁੱਕੀ। ਬੰਦੂਕ ਤੇ ਵੱਡੀ ਗੱਲ ਹੁੰਦੀ, ਰੋੜੀ ਮਾਰ ਦੇਣ ਮਹਾਰਾਜ ਉਹਨੇ ਉੱਦਾਂ ਹੀ ਪਾਟ ਜਾਣਾ, ਕਿਹੜੀ ਗੱਲ ਹੈ। ਬੰਦੂਕ ਮਹਾਰਾਜ ਗੁਰੂ ਕਲਗੀਧਰ ਜੀ ਨੇ ਕੀਤੀ ਉਹਦੇ ਵੱਲ ਨੂੰ, ਔਰ ਉਹ ਫਿਰ ਅੰਦਰ ਪਤਾ ਨਹੀਂ ਕਿਹੜੀਆਂ ਬੇਨਤੀਆਂ ਕਰਦਾ ਸੀ, ਤੇ ਗਰਮੀ ਗਰਮੀ ਹੋ ਗਿਆ। ਠੰਡ ਦੇ ਦਿਨਾਂ 'ਚ ਵੀ ਪਸੀਨੋ ਪਸੀਨੀ ਹੋ ਗਿਆ। ਤੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ 2-3 ਵਾਰੀ ਨਿਸ਼ਾਨਾ ਕੀਤਾ, ਤੇ ਨਿਸ਼ਾਨਾ ਉਹ 'ਤੇ ਲੱਗੇ ਹੀ ਨਾ। ਕਦੇ ਇੱਧਰ ਕਰ ਦੇਣ ਮਾਰ ਦੇਣ, ਕਦੇ ਉੱਧਰ ਮਾਰ ਦੇਣ, ਕਦੇ ਉੱਧਰ ਮਾਰ ਦੇਣ। ਸਿੱਖ ਕਹਿੰਦੇ ਮਹਾਰਾਜ ਇਹਦੇ ਮਾਰਦੇ ਕਿਉਂ ਨਹੀਂ ਤੁਸੀਂ ਨਿਸ਼ਾਨਾ? ਮਾਰੋ। ਹੱਸ ਕੇ ਮਹਾਰਾਜ ਨੇ ਬੰਦੂਕ ਥੱਲੇ ਰੱਖਤੀ। ਕਹਿੰਦੇ ਮਾਰ ਤੇ ਦਿੰਦੇ ਇਹਨੂੰ, ਢਾਲ ਨੂੰ ਪਾੜ ਤੇ ਦੇਣਾ ਸੀ। ਢਾਲ ਪਾੜ ਕੇ ਪਿੱਛੇ ਖੜੇ ਨੂੰ ਵੀ ਪਾੜ ਦਿੰਦੇ, ਪਰ ਰਾਤ ਦਾ ਅਰਦਾਸਾਂ ਕਰਾਈ ਜਾਂਦਾ ਇਹ। ਤੇ 10 ਪਾਤਸ਼ਾਹੀਆਂ ਦੇ ਹੱਥ ਨੇ ਇਹਦੀ ਢਾਲ ਤੇ ਮੈਂ ਉਹ ਹੱਥਾਂ ਦੇ ਨਿਸ਼ਾਨਾ ਨਹੀਂ ਮਾਰ ਸਕਦਾ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਤੇ ਆਪਣੇ ਦੀ ਫਿਰ ਇਉਂ ਕਰਦੇ, ਫਿਰ ਡਿੱਗ ਪਿਆ ਉਹ ਸਿੱਖ ਚਰਨਾਂ ਤੇ। ਆਹ ਸੱਚੇ ਪਾਤਸ਼ਾਹ ਮੋ ਗਰੀਬ ਕੀ ਕੋ ਗੁਜਰਾਵਾ। ਸੱਚੇ ਪਾਤਸ਼ਾਹ ਜੀ ਸਾਡੀ ਗਰੀਬਾਂ ਦੀ ਨਿਮਾਣਿਆਂ ਦੀ ਧਿਰ ਤੇ ਤੁਸੀਂ ਹੋ, ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਬਖਸ਼ ਲਓ। ਮਹਾਰਾਜ ਮੁਸਕਰਾਏ, ਹੱਸੇ, ਕਹਿੰਦੇ ਮਾਣ ਨਹੀਂ ਕਰੀਦਾ, ਪਰ ਫਿਰ ਵੀ ਗੁਰੂ ਆਪਣਿਆਂ ਦੀ ਲਾਜ ਆਪੇ ਹੀ ਰੱਖਦਾ, ਫਿਕਰ ਨਹੀਂ, ਪਰਵਾਹ ਨਹੀਂ ਕਰੀਦੀ। ਇਉਂ ਗੁਰੂ ਅਰਜਨ ਦੇਵ ਜੀ ਇੱਥੇ ਜਿਹੜੀ ਗੱਲ ਕਹਿ ਰਹੇ, ਕਹਿੰਦੇ ਪੂਰਨ ਭਗਤ 94 ਕੋਟ ਮੱਧੇ ਕਉ ਵਿਰਲਾ ਸੇਵਕ। ਪੂਰਨ ਭਗਤ 94 ਕਰੋੜਾਂ 'ਚੋਂ ਕੋਈ ਵਿਰਲਾ ਸੇਵਕ ਹੁੰਦਾ। ਪਰਮਾਤਮਾ ਤਾਂ ਪੂਰਨ ਪਰਮਾਤਮਾ ਦੀ ਭਗਤੀ 94 ਜਿਹੜਾ ਮੁੱਢ ਤੋਂ ਹੀ ਉਹਦਾ ਸੇਵਕ ਹੋਵੇ, ਫਿਰ ਉਹਦੀ ਰੱਖਦਾ। ਜਿਹੜਾ ਵਕਤੀ ਗੰਗਾ ਗਿਆ ਗੰਗਾ ਰਾਮ, ਤੇ ਯਮਨਾ ਗਿਆ ਯਮਨਾ ਦਾਸ ਵਾਲੀ ਗੱਲ ਨਹੀਂ। ਇੱਥੇ ਗੁਰੂ ਨੂੰ ਠੱਗਿਆ ਨਹੀਂ ਜਾ ਸਕਦਾ, ਧੋਖੇ ਨਾਲ, ਬੇਈਮਾਨੇ ਨਾਲ ਨਹੀਂ। ਉਹਦੇ ਅੰਦਰ ਚਿਰੋਕਣੀ, ਉਹਦੇ ਹਿਰਦੇ ਦੇ ਵਿੱਚ ਬੀਜ ਹੋਵੇ ਬੀਜਿਆ ਹੋਇਆ। ਵਿਸ਼ਰਾਮ ਦੇ ਕੇ ਸਮਝਾ ਰਹੇ, ਰਹਾਓ ਇਤ ਉਤ ਡੋਲ ਡੋਲ ਸ਼ਰਮ ਪਾਇਓ, ਤਨ ਧਨ ਹੋਤ ਬਿਰਾਨੋ। ਕਹਿੰਦੇ ਇਤ ਉਤ ਡੋਲ ਡੋਲ ਸ਼ਰਮ ਪਾਇਓ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਇਹਦੇ ਲਈ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਭਗਤ ਰਵਿਦਾਸ ਜੀ ਕਹਿੰਦੇ ਭੁਲਾਉਂਦੀ ਹੈ ਇਹਦੇ ਲਈ। ਇਤ ਇਤ ਡੋਲ ਡੋਲ ਸ਼ਰਮ ਪਾਇਓ, ਇਹਨੂੰ ਪ੍ਰਾਪਤ ਕਰਨ ਦੇ ਲਈ ਇੱਧਰ ਉੱਧਰ ਡੋਲਦਾ ਫਿਰਦਾ, ਭਟਕਦਾ ਰਿਹਾ ਤੇ ਸ਼ਰਮ ਜਿਹੜੀ ਥੱਕ ਗਿਆ, ਸਰੀਰ ਥੱਕ ਗਿਆ। ਨੈਣ ਸਾਥ ਛੱਡ ਗਏ, ਹੱਥ ਪੈਰ ਸਾਥ ਛੱਡ ਗਏ, ਹੱਥ ਕੰਬਦੇ ਆ, ਗੋਡੇ ਸਾਥ ਛੱਡ ਗਏ, ਜ਼ੁਬਾਨ ਸਾਥ ਛੱਡ ਗਈ, ਥੱਕ ਗਿਆ। ਆਹ ਥੱਕੇ ਨੈਣ, ਆਹ ਸ਼ਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕਦੀ ਸਭ ਮਤ ਥਾਕੀ। ਕਹਿੰਦੇ ਅੱਖਾਂ ਥੱਕ ਗਈਆਂ, ਜਾਣੀ ਦਿਸਣੋਂ ਹਟ ਗਿਆ। ਥੁੱਕ ਲਾ ਲਾ ਜੀਭ 'ਚੋਂ, ਮੂੰਹ 'ਚੋਂ ਥੁੱਕ ਮਕਾ ਲਿਆ, ਇੱਦਾਂ ਨੋਟ ਗਿਣ ਗਿਣ ਕੇ। ਦਿਖਦਾ ਨਹੀਂ ਹੁਣ ਵੀ ਇਹ ਕਿੰਨੇ ਦਾ। ਐਂ ਬੜਾ ਮੋਟਾ ਜਿਹਾ ਸ਼ੀਸ਼ਾ ਐਨਕ ਤੇ ਥੇਲੀ ਵਰਗਾ ਲਾਇਆ ਹੋਇਆ, ਤੇ ਫੇਰ ਦੇਖਦਾ ਵੀ ਕਿੰਨੇ ਦਾ। ਥਾਕੇ ਨੈਣ, ਆਹ ਕੁਝ ਕਰ ਕਰਕੇ ਮਹਾਰਾਜ ਕਹਿੰਦੇ ਅੱਖਾਂ ਥੱਕ ਗਈਆਂ। ਸ਼ਰਵਨ ਸੁਣ ਥਾਕੇ, ਕੰਨ ਸੁਣ ਸੁਣ ਥੱਕ ਗਏ। ਕਿੰਨੇ ਦਾ ਲਿਆਂਦਾ ਮਾਲ ਬਈ, ਕਿੰਨੇ ਦਾ ਗਿਆ ਬਈ, ਕਿੰਨਾ ਪਿਆ ਬਈ ਸਟੋਰ 'ਚ, ਕਿੰਨਾ ਆ ਰਿਹਾ ਬਈ, ਆਹੀ ਕੁਛ। ਆਹ ਦੇਖੋ ਤੁਸੀਂ ਆਪਣੇ, ਹੁਣ ਚਲੋ ਬਾਹਰਲੀ ਸੰਗਤ ਤਾਂ ਨਹੀਂ ਅਨੰਦਪੁਰ ਸਾਹਿਬ ਦੀ ਆ ਸਕਦੀ, ਅਨੰਦਪੁਰ ਵਾਲੇ ਤਾਂ ਆ ਸਕਦੇ ਆ। ਆਪਣੇ ਤਾਂ ਬੜੀ ਕਿਰਪਾ ਹੈ। ਜਿਵੇਂ ਹੋਲਾ ਮਹੱਲਾ ਸੀ, ਇੱਥੇ 25-30 ਲੱਖ ਬੰਦਾ ਆਇਆ ਸੀ, ਇੱਕ ਵੀ ਕੇਸ ਇੱਦਾਂ ਦਾ ਨਿਕਲਿਆ ਨਹੀਂ। ਮਹਾਰਾਜ ਦੀ ਪ੍ਰਤੱਖ ਕਲਾ ਹੀ ਵਰਤ ਰਹੀ ਹੈ, ਬਖਸ਼ਿਸ਼ ਹੈ। ਪਰ ਜਿਹੜੇ ਦੁਕਾਨਾਂ 'ਤੇ ਬੈਠੇ ਸੀ ਬਜ਼ੁਰਗ ਜੇ, ਕਦੇ ਇੱਕ ਦਿਨ ਗੁਰਦੁਆਰੇ ਨਹੀਂ ਦੇਖੇ ਮੈਂ ਆਉਂਦੇ। ਦੁਕਾਨਾਂ 'ਤੇ ਬੈਠੇ ਰਹਿੰਦੇ ਸੀ, ਖੰਘਦੇ ਸੀ,
ਪਾਣੀ ਪੀਂਦੇ ਸੀ, ਫਿਰ ਸਾਹ ਲੈਂਦੇ ਸੀ, ਫਿਰ ਖੰਘ ਆਉਂਦੀ ਸੀ, ਫਿਰ ਪਾਣੀ ਪੀਂਦੇ ਸੀ। ਇੰਨੇ ਔਖੇ ਹੋ ਦੁਕਾਨਾਂ 'ਤੇ ਬਹਿੰਦੇ। ਜੇ ਕਦੇ ਕਹਿ ਦਈਏ ਕੰਮ ਕਾਰ ਹੈ ਜੀ, ਆ ਤਾਂ ਰੱਬ ਨੇ ਤੁਹਾਨੂੰ ਵਿਹਲੇ ਕੀਤਾ ਹੋਇਆ ਅਤੇ ਹੁਣ ਆ ਜਾਓ, ਪਰ ਆ ਨਹੀਂ ਸਕਦੇ। ਤੁਹਾਡੇ ਬੇੜੀਆਂ ਜੋ ਪਈਆਂ ਹੋਈਆਂ ਨੇ ਮਾਇਆ ਦੀਆਂ, ਤੁਸੀਂ ਕਿੱਥੇ ਆ ਜਾਓਗੇ? ਨਹੀਂ ਤਾਂ ਇੱਥੇ ਸਾਰਾ ਦਿਨ ਬੈਠੇ ਰਹੀਏ ਅਸੀਂ, ਸਾਨੂੰ ਕੀ ਹੁੰਦਾ? ਰੋਟੀ ਪਾਣੀ ਪ੍ਰਸ਼ਾਦਾ ਪਾਣੀ ਛਕੋ ਅਤੇ ਬੈਠੋ, ਆਓ ਗੁਰੂ ਘਰ ਜਾਂ ਬਾਣੀ ਪੜ੍ਹ ਲਓ। ਇਹੀ ਇਹ ਮਹਾਰਾਜ ਕਹਿੰਦੇ, ਇਤ ਉਤ ਡੋਲ ਡੋਲ ਸ਼ਰਮ ਪਾਇਓ। ਇੱਧਰ ਉੱਧਰ ਭਟਕ ਭਟਕ ਕੇ ਥੱਕ ਜੂਗਾ, ਪਰ ਗੁਰੂ ਵਾਲੇ ਪਾਸੇ ਨਹੀਂ। ਮਹਾਰਾਜ ਕਹਿੰਦੇ ਅੱਖਾਂ ਥੱਕ ਜਾਣਗੀਆਂ ਧਨ ਲਈ, ਕੰਨ ਥੱਕ ਜਾਣਗੇ ਦੂਜੀਆਂ ਗੱਲਾਂ ਸੁਣ ਲਈ, ਬਾਣੀ ਨਹੀਂ ਇਹਨਾਂ 'ਚ ਪੈਣ ਦਿੰਦਾ। ਥਾਕੇ ਨੈਣ ਸਰਵਨ ਥੁਨ ਥਾਕੇ, ਥਾਕੀ ਸੁੰਦਰ ਕਾਇਆ। ਸੋਹਣੀ ਕਾਇਆ ਥੱਕ ਗਈ, ਅੱਖਾਂ 'ਚੋਂ ਦਿਖਣੋਂ ਹਟ ਗਿਆ, ਕੰਨਾਂ 'ਚੋਂ ਸੁਣਨੋਂ ਹਟ ਗਿਆ, ਸਰੀਰ ਦਾ ਉਹ ਰੂਪ ਰੰਗ ਨਾ ਰਹਿ ਗਿਆ, ਮੱਥੇ 'ਤੇ ਝੁਰੜੀਆਂ ਪੈ ਗਈਆਂ, ਕੁੱਬ ਪੈ ਗਿਆ, ਹੱਥ ਪੈਰ ਕੰਬਣ ਲੱਗ ਪਏ, ਸਾਹ ਦੇ ਨਾਲ ਖੰਘ ਆਉਣ ਲੱਗ ਪਈ। ਪਰ ਮਹਾਰਾਜ ਕਹਿੰਦੇ ਜਰਾ ਹਾਕ ਦੀ ਬੁਢਾਪੇ ਨੇ ਆਵਾਜ਼ ਮਾਰ ਕੇ ਕੋਲ ਬੁਲਾ ਲਿਆ, ਕਹਿੰਦੇ ਇੱਥੇ ਬੈਠ, ਹੁਣ ਜਾ ਨਹੀਂ ਸਕਦਾ। ਸਭ ਮੱਤ ਥਾਕੀ, ਮੱਤ ਵੀ ਥੱਕ ਗਈ, ਗੱਲਾਂ ਵੀ ਭੁੱਲਣ ਲੱਗ ਗਈਆਂ, ਯਾਦ ਨਹੀਂ ਰਹਿੰਦੀਆਂ। ਯਾਦ ਕਰਾਇਆਂ ਤੇ ਵੀ ਯਾਦ ਨਹੀਂ ਆਉਂਦੀਆਂ। ਕੌਣ ਹੈ ਤੂੰ? ਬਾਪੂ ਫਲਾਣਾ। ਮੇਰੇ ਨਹੀਂ ਭਾਈ ਯਾਦ ਆਉਂਦਾ। ਇੱਦਾਂ ਦੀ ਹਾਲਤ ਹੋ ਗਈ। ਪਰ ਫਿਰ ਵੀ ਇੱਕ ਗੱਲ ਮਹਾਰਾਜ ਕਹਿੰਦੇ, ਏਕ ਨਾ ਥੱਕ ਸਮਾਇਆ। ਹਜੇ ਮਾਇਆ ਹਜੇ ਵੀ ਨਹੀਂ ਥੱਕੀ ਇਹਦੇ ਅੰਦਰ, ਉਹਦੀ ਪਿਆਸ ਨਹੀਂ ਬੁਝੀ। ਉਹ ਇਹਨੂੰ ਜਦੋਂ ਮਰਜੀ ਕਹਿ ਦਿਓ ਉਹਦੀ ਪਛਾਣ ਹੈ। ਮਰਦੇ ਨੂੰ ਵੀ ਮਰਦਾ ਵੀ ਕਹੂਗਾ ਵੀ ਹੋਰ ਮਿਲ ਜੇ, ਮਰਦਾ ਮਰਦਾ ਵੀ ਇਸ਼ਾਰਾ ਕਰੂਗਾ ਵੀ ਮਿਲ ਜੇ। ਕਬੀਰ ਜੀ ਨੇ ਆਖਿਆ ਇਹ ਸ਼ਬਦ। ਕਬੀਰ ਜੀ ਕਹਿੰਦੇ ਕਬੀਰ ਹੰਸ ਉੱਡਿਆ ਤਨ ਗਾਡਿਆ, ਸੁਝਾਈ ਸੈਨਾ। ਹੰਸ ਉੱਡਣ ਦੇ ਕਿਨਾਰੇ ਆ, ਮਰਨ ਲੱਗਿਆ, ਤਨ ਗਾਡਿਆ, ਤਨ ਨੂੰ ਚੁੱਕ ਕੇ ਗੱਡਣ ਚੱਲਿਆ ਵੀ ਇਹਨੂੰ ਦੱਬ ਦੀਏ, ਹੁਣ ਮਰਨ ਵਾਲਾ ਹੀ ਹੈ, ਬਸ ਤਿਆਰੀ ਤਿਉਰੀ ਕਰ ਰਿਹਾ ਵੀ ਬਾਪੂ ਦੇ ਤਾਂ ਆਖਰੀ ਸਾਹ ਹੈ। ਕਬੀਰ ਜੀ ਕਹਿੰਦੇ ਹਜੇ ਵੀ ਪਤਾ ਕੀ ਕਰਦਾ? ਸੁਝਾਈ ਸੈਨਾ। ਸੈਨ ਤਾਂ ਮਾਰ ਮਾਰ ਕੇ ਸੁਝਾਉਂਦਾ, ਪੁੱਛਦਾ ਫਲਾਣੇ ਦੇ ਪੈਸੇ ਆ ਗਏ, ਇਹ ਹਿਸਾਬ ਕਿਤਾਬ ਕਰ ਲਿਆ। ਅਤੇ ਕਬੀਰ ਜੀ ਨੇ ਫਿਰ ਐਸੀ ਲਾਹਣਤ ਪਾਈ ਹੈ ਬਈ ਗੁਰਮੁਖੋ, ਸਾਰਿਆਂ 'ਤੇ ਲਾਗੂ ਹੁੰਦੀ। ਕਬੀਰ ਜੀ ਕਹਿੰਦੇ ਅਜਹੋ ਸੋ ਜੀਓ ਨਾ ਛੋਡਈ, ਰੰਕਾਈ ਨੈਣਾ। ਰੰਕ ਕਹਿੰਦੇ ਗਰੀਬੀ, ਓਏ ਜੀਵ ਹਜੇ ਵੀ ਨਹੀਂ ਛੱਡਦਾ ਅੱਖਾਂ ਦੀ ਗਰੀਬੀ। ਰੰਕਾਈ ਨੈਣਾ, ਤੇਰੇ ਨੈਣਾਂ 'ਚ ਗਰੀਬੀ ਚਮਕਦੀ ਪਈ, ਤੇਰੀ ਜੀਭ ਤੋਂ ਬੋਲਿਆ ਨਹੀਂ ਜਾਂਦਾ, ਤੇਰੇ ਪੈਰਾਂ 'ਚ ਤਾਕਤ ਨਹੀਂ ਵੀ ਉੱਠ ਕੇ ਚਲਾ ਜਾਵੇਂ ਉਹਨਾਂ ਬੰਦਿਆਂ ਕੋਲ, ਅਕਲ ਤੇਰੀ ਕੰਮ ਨਹੀਂ ਕਰਦੀ। ਪਰ ਤੇਰੀਆਂ ਅੱਖਾਂ 'ਚ ਜੇ ਕੋਈ ਦੇਖਣ ਵਾਲਾ ਹੋਵੇ ਦਿਖ ਸਕਦੀ ਹੈ। ਤੇਰੇ ਅੰਦਰ ਦਰਿਦਰਤਾ ਗਰੀਬੀ ਭਰ ਕੇ ਲੈ ਕੇ ਚੱਲਿਆ, ਹਜੇ ਤੇਰੀ ਪਿਆਸ ਬੁਝੀ ਨਹੀਂ। ਗੁਰੂ ਅਰਜਨ ਦੇਵ ਜੀ ਸਮਝਾ ਰਹੇ, ਕਹਿੰਦੇ ਇਤ ਉਤ ਡੋਲ ਡੋਲ ਸ਼ਰਮ ਪਾਇਓ, ਤਾਨ ਧਨ ਹੋਤ ਬਿਰਾਨੋ। ਗੁਰੂ ਜੀ ਕਹਿੰਦੇ ਪਰ ਯਾਦ ਰੱਖੀ, ਇੱਧਰ ਉੱਧਰ ਭਟਕ ਭਟਕ ਕੇ ਸਰੀਰ ਥੱਕ ਜਾਊਗਾ, ਸਰੀਰ ਸਾਥ ਛੱਡ ਜਾਊਗਾ। ਅਤੇ ਨਾਲ ਕਹਿੰਦੇ ਫਿਰ ਜਿਹੜਾ ਤਨ ਅਤੇ ਧਨ, ਜਿਹੜਾ ਤਨ ਅਤੇ ਜਿਹੜਾ ਇਸ ਤਨ ਦੇ ਨਾਲ ਕਮਾਇਆ ਧਨ ਹੋਤ ਬਿਰਾਨੋ, ਇਹਨੇ ਬਗਾਨਾ ਹੋ ਜਾਣਾ। ਫਿਰ ਯਾਦ ਰੱਖੀ, ਤੇਰਾ ਨਹੀਂ, ਦੂਜਿਆਂ ਦਾ ਹੱਕ ਹੋ ਜਾਣਾ। ਯਤਨ ਤਾਂ ਇਹੀ ਕਰਦੇ, ਜਿਉਂਦੇ ਜਿਉਂਦੇ ਹੀ ਬਟਵਾਰਾ ਕਰ ਜੇ। ਇਹ ਚਾਹੁੰਦਾ ਹੈ ਜਿੰਦਾ ਜਿੰਦਾ ਬਟਵਾਰਾ ਕਰ ਜਾਵੇ, ਦੱਸ ਜਾਵੇ ਕਿਹੜੇ ਨੂੰ ਕਿਹੜਾ ਦੇਣਾ। ਜਿਹੜੇ ਕਿਤੇ 4 ਖੇਤ ਰੱਖੇ ਹੁੰਦੇ ਆ, ਉਹ 'ਤੇ ਵੀ ਅੱਖ ਹੁੰਦੀ ਆ ਵੀ ਇਹ ਮੇਰੇ ਹਿੱਸੇ ਆ ਜਾਣ। ਇਹਨੂੰ ਵੀ ਪਤਾ ਵੀ ਜੇ ਮੈਂ ਨਾ ਰੱਖੇ ਮੈਨੂੰ ਰੋਟੀ ਵੀ ਨਹੀਂ ਦੇਣੀ ਇਹਨਾਂ ਨੇ। ਜਿਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਚੁੱਕ ਕੇ, ਜਿਨ੍ਹਾਂ ਦੀਆਂ ਲਾਲਾਂ ਨਾ ਆਪਣੇ ਹੱਥਾਂ ਨਾਲ ਸਾਫ਼ ਕਰਦਾ ਸੀ, ਨਲੀਆਂ ਜਿਨ੍ਹਾਂ ਦੀਆਂ, ਉਹਨਾਂ ਨੇ ਵੀ ਮਤਲਬ ਉਹਨਾਂ ਦਾ ਇਹਨੂੰ ਵਿਸ਼ਵਾਸ ਨਹੀਂ। ਜਿਨ੍ਹਾਂ ਦੇ ਲਈ ਅੱਧੀ ਰਾਤ ਨੂੰ ਜਾਣੀ ਜਾਗ ਜਾਗ ਕੇ, ਜੇ ਮਾੜਾ ਜਿਹਾ ਟੂੰ ਕਰਦਾ ਸੀ ਉਦੋਂ ਪਹਿਲਾਂ ਕਹਿੰਦਾ ਸੋ ਜਾ ਲਿਆਉਣਾ, ਬਸ ਦੁੱਧ ਲਿਆਉਣਾ, ਫਿਕਰ ਨਾ ਕਰ। ਉਹ ਐਡੇ ਖੁਦਗਰਜ਼ ਨੇ ਕਿ ਉਹਨਾਂ ਨੂੰ ਵੀ ਪਤਾ ਵੀ ਜੇ ਆਹ ਵੀ ਮੈਨੂੰ ਦੇ ਦੇ, ਆਹ ਵੀ ਦੇ ਦੇ, ਔਰ ਇਹਨੂੰ ਵੀ ਪਤਾ ਵੀ ਜੇ ਆਹ ਵੀ ਦੇ ਦਿੱਤਾ ਤੇ ਆਪਣੇ ਹੱਥ ਵਢਾ ਲਏ, ਮੇਰਾ ਕੱਖ ਨਹੀਂ ਇਹਨਾਂ ਨੇ ਕਰਨਾ। ਮੁੜ ਕੇ ਤੱਕੇ ਆ
ਪਿਛਲੇ ਦਿਨੀ ਸਾਡੇ ਕੋਲ ਇੱਕ ਕੇਸ ਆਇਆ ਸੀ, ਮੈਨੂੰ ਕਿਤੋਂ ਹੁਸ਼ਿਆਰਪੁਰ ਤੋਂ ਫੋਨ ਆਇਆ। ਉਹ ਕਿਸੇ ਬੰਦੇ ਦੇ ਕਹਿੰਦੇ ਜੀ ਹੋ ਸਕਦਾ ਤੁਸੀਂ ਉਹ ਬੰਦੇ ਨੂੰ ਜਾਣਦੇ ਹੋ। ਮੈਂ ਕਿਹਾ ਮੈਂ ਜਾਣਦਾ ਤਾਂ ਨਹੀਂ, ਪਰ ਉਹਨਾਂ ਨੇ ਦੱਸਿਆ ਵੀ ਬੰਦੇ ਦੀ ਤਨਖਾਹ 50-60 ਹਜ਼ਾਰ ਰੁਪਈਆ। ਉਹ ਬੰਦੇ ਨੇ ਆਪਣੀ ਮਾਂ, ਬਜ਼ੁਰਗ ਮਾਂ ਹੈ, ਇਹੋ ਜਿਹੀ ਜਗ੍ਹਾ ਰਖਾਈ ਹੋਈ ਹੈ ਜਾਣੀ ਉਹਦੇ ਕਮਰੇ ਦੇ ਵਿੱਚੋਂ ਜੇ ਬੰਦਾ 2 ਘੰਟੇ ਬਹਿ ਜਾਏ ਤੇ ਬਦਬੂ ਨਾਲ ਮਰ ਸਕਦਾ ਹੈ। ਇੰਨਾ ਪੈਸਾ ਇਹਦੇ ਕੋਲ, ਬੰਦੇ ਕੋਲ। ਤੇ ਉਹਦੇ ਤੱਕ ਫਿਰ ਸੰਪਰਕ ਕੀਤਾ ਗਿਆ ਕਿਸੇ ਤਰੀਕੇ ਦੇ ਨਾਲ। ਮੈਂ ਜਾਣੀ ਨਾਂ ਲੈਣਾ ਪਸੰਦ ਨਹੀਂ ਕਰਦਾ। ਉਹ ਫਿਰ ਅੱਗੋਂ ਰੋ ਪਿਆ। ਉਹ ਕਹਿੰਦਾ ਮੈਂ ਕੀ ਕਰਾਂ, ਮੇਰੀ ਘਰ ਵਾਲੀ ਨਹੀਂ ਜਰਦੀ। ਉਹ ਕਹਿੰਦੀ ਵੀ ਜੇ ਇਹ ਆ ਗਈ, ਤੇਰੀ ਮਾਂ ਘਰ ਆ ਗਈ ਤੇ ਅਸੀਂ ਮਰ ਜਾਵਾਂਗੇ, ਮੈਂ ਮਰ ਜਾਊਂਗੀ। ਉਹ ਬੰਦਾ ਵਿਚਾਰਾ ਕੀ ਕਰੇ, ਕਿੱਥੇ ਫਸੇ। ਪਰ ਹੁਣ ਇਹ ਤਾਂ ਸਭ ਦੇ ਹੋਣਗੇ, ਸਾਰਿਆਂ ਦੇ ਘਰੇ ਹੋਣਗੇ, ਝੰਜਟ ਪੈਣਗੇ। ਪਰ ਕੀ ਅਸੀਂ ਇੰਨੇ ਡਿੱਗ ਜਾਂਗੇ ਆਪਣੇ ਫਰਜ਼ਾਂ ਤੋਂ ਕਿ ਕੋਈ ਸਾਨੂੰ ਧਮਕੀ ਦੇ ਮਰ ਜੂ। ਤੇ ਇਹੋ ਜਿਹਾ ਮਰਦੀ ਹੈ ਤੇ 20 ਵਾਰੀ ਮਰ ਜੇ। ਇੱਕ ਵਾਰੀ ਮਰੇ ਤੇ ਉਹਨੂੰ ਲਾ ਕੇ ਫੇਰ ਮਾਰੇ, ਕਹਿ ਵੀ ਫੇਰ ਮਰ, ਫੇਰ ਮਰੀ ਨੂੰ ਫੇਰ ਜਿੰਦਾ ਕਰੇ ਤੇ ਛਿੱਟੇ ਛੁੱਟੇ ਮਾਰ ਕੇ ਇੱਕ ਵਾਰੀ ਹੋਰ ਮਰ। ਤੈਂ ਜਿੰਦਾ ਰਹਿ ਕੇ ਕਰਨਾ ਕੀ ਹੈ? ਜਦ ਤੇਰੇ ਅੰਦਰੋਂ ਇਨਸਾਨੀਅਤ ਮਰ ਗਈ ਤੇ ਤੂੰ ਤੇ ਮਰੀ ਹੋ ਚੰਗੀ ਹੈ। ਤੇ ਤੈਨੂੰ ਤੇ ਭੂਤਾਂ ਵੀ ਨਹੀਂ ਰੱਖਣਾ। ਉਹਨੇ ਕਹਿਣਾ ਇਹਨੂੰ ਅੱਗੇ ਲੰਘਾਓਗੇ ਤੇ ਜਮਦੂਤਾਂ ਨੂੰ ਕਹਿਣਾ ਇੱਥੇ ਨਹੀਂ, ਇਹਦੇ ਲਈ ਥਾਂ ਹੀ ਜੀ, ਕਿਉਂਕਿ ਇਹਨੇ ਇੱਥੇ ਸਾਡੇ ਤੇ ਪ੍ਰੇਤਾਂ ਨੂੰ ਨਹੀਂ ਵੜਨ ਦੇਣਾ ਘਰੇ। ਜੇ ਕਿਤੇ ਪ੍ਰੇਤ ਕੋਈ ਹੈ, ਜਾਣੀ ਇੱਕ ਗੱਲ ਹੈ, ਅਲੰਕਾਰਿਕ ਤੌਰ 'ਤੇ ਹੈ। ਤੇ ਇਸ ਤਰ੍ਹਾਂ ਦਾ ਬੰਦਾ ਸਾਧ ਸੰਗਤ ਜੀ ਕੋਈ ਨਹੀਂ ਬਣਦਾ। ਤੇ ਫਿਰ ਜਿਹਦੇ ਲਈ ਅਸੀਂ ਇੰਨਾ ਕੁਝ ਕਰਦੇ ਹਾਂ, ਕਿਉਂ ਨਾ ਫਿਰ ਹੁਣ ਗੱਲ ਸਮਝਣ ਦੀ ਗੱਲ ਹੈ। ਚਲੋ ਇਹ ਤਾਂ ਸਭ ਕੁਝ ਹੁੰਦਾ, ਕਈ ਮਾੜੇ ਬੰਦੇ ਵੀ ਨਿਕਲਦੇ, ਕਈ ਮਾਪਿਆਂ ਦਾ ਸਤਿਕਾਰ ਵੀ ਕਰਦੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਬਹੁਤ ਐਸੇ ਬੰਦੇ ਵੀ ਮਿਲੇ ਦੇਖੇ ਜਿਹੜੇ ਆਪਣੇ ਨਾਲੋਂ ਵੱਧ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਆ। ਮੈਂ ਇੱਦਾਂ ਦੇ ਬੰਦੇ ਵੇਖੇ ਆ, ਬੜੇ ਬੜੇ ਪੜ੍ਹੇ ਲਿਖੇ ਪ੍ਰੋਫੈਸਰ ਲੋਕ। ਇੱਕ ਪਟਿਆਲੇ ਤੋਂ ਗੁਰਮੁਖ ਸੀ ਸਾਡੇ, ਹੈ ਮਿੱਤਰ, ਉਹਨਾਂ ਦੇ ਪੁੱਤਰ, ਔਰ ਆਪ ਉਹ ਬਹੁਤ ਪਿਆਰੇ ਸਨ, ਕੀਰਤਨ ਬਹੁਤ ਸੋਹਣਾ ਕਰਦੇ ਸਨ, ਬੜੀ ਪਿਆਰੀ ਰੂਹ ਸੀ। ਉਹਨਾਂ ਦਾ ਬੜਾ ਸਤਿਕਾਰ ਕੀਤਾ। ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਬੇਟੇ ਪ੍ਰੋਫੈਸਰ ਉੱਥੇ ਲੁਧਿਆਣੇ ਕਾਲਜ ਦੇ ਵਿੱਚ ਲੱਗੇ ਹੋਏ। ਪਰ ਜੋ ਉਹਨਾਂ ਸੇਵਾ ਕੀਤੀ ਉਹ ਵੀ ਆਪਣੇ ਆਪ ਦੇ ਵਿੱਚ ਮਿਸਾਲ ਹੈ। ਇੱਦਾਂ ਦੇ ਵੀ ਆ ਸਾਰਿਆਂ ਨੂੰ। ਚਲੋ ਪਰ ਅਸਲੀਅਤ ਤਾਂ ਇਹ ਹੈ ਵੀ ਭਾਵੇਂ ਬੱਚੇ ਸੇਵਾ ਵੀ ਕਰ ਲੈਣ, ਚਲੋ, ਪਰ ਕੀ ਨਾਲ ਚੱਲ ਜੂਗੀ ਉਹ ਕੀਤੀ ਸੇਵਾ? ਜਾਂ ਉਹ ਤਾਂ ਸਰੀਰ ਤੇ ਛੱਡ ਕੇ ਜਾਣਾ ਪਊ ਨਾ। ਸਰੀਰ ਇੱਥੇ ਹੀ ਰਹਿ ਜੂਗਾ, ਧਨ ਵੀ ਇੱਥੇ ਹੀ ਰਹਿ ਜੂ। ਨਾਲ ਨਿਭਣ ਵਾਲਾ ਤੇ ਕੇਵਲ ਤੇਰਾ ਨਾਮ ਹੈ, ਤੇਰਾ ਕੀਰਤਨ ਹੈ, ਤੇਰੇ ਗੁਰੂ ਦੀ ਕਿਰਪਾ ਹੈ। ਜੇ ਉਹ ਇਕੱਠੀ ਨਹੀਂ ਕੀਤੀ ਤੇ ਕੁਛ ਵੀ ਨਹੀਂ ਤੇਰੇ ਕੋਲ। ਮਹਾਰਾਜ ਕਹਿੰਦੇ ਖਾਲੀ ਹੈ। ਉਹ ਗੱਲ ਗੁਰੂ ਜੀ ਸਮਝਾ ਰਹੇ, ਕਹਿੰਦੇ ਇਤ ਉਤ ਡੋਲ ਡੋਲ ਸ਼ਰਮ ਪਾਇਓ। ਇੱਧਰ ਇੱਧਰ ਡੋਲਦਿਆਂ 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 ਭਟਕਦਿਆਂ ਭਟਕਦਿਆਂ ਥੱਕ ਗਿਆ, ਤਨ ਵੀ ਥੱਕ ਗਿਆ, ਧਨ ਵੀ ਇੱਥੇ ਰਹਿ ਗਿਆ। ਤਾਨ ਧਨ ਹੋਤ ਬਿਰਾਨੋ ਬਗਾਨਾ ਹੋ ਜਾਊਗਾ। ਲੋਕ ਦੁਰਾਏ ਕਰਤ ਠਗਿਆਈ, ਹੋਤੋ ਸੰਗ ਨਾ ਜਾਨੋ। ਕਹਿੰਦੇ ਲੋਕਾਂ ਤੋਂ ਲੁਕੋ ਲੁਕੋ ਕੇ ਠੱਗੀਆਂ ਮਾਰਦਾ। ਲੋਕਾਂ ਨੂੰ ਪਤਾ ਵੀ ਨਾ ਲੱਗ ਜਾਏ, ਠੱਗੀ ਵੀ ਮਾਰਾਂ ਤੇ ਲੋਕ ਆਖਣ ਬੜਾ ਬੰਦਾ ਚੰਗਾ, ਭਗਤ ਹੈ ਇਹਦੇ ਵਰਗਾ। ਤੇ ਨਾਲ ਠੱਗੀ ਮਾਰਾਂ, ਨਾਲੇ ਕਰਾਂ ਬੇਈਮਾਨਾ, ਤੇ ਨਾਲੇ ਚੌਧਰੀ ਵੀ ਹੋਵਾਂ, ਆਗੂ ਵੀ ਹੋਵਾਂ, ਤੇ ਉਹੀ ਲੋਕ ਮੈਨੂੰ ਕਹਿਣ ਵੀ ਚੰਗਾ ਬੜਾ। ਦੁਨੀਆ 'ਚ ਇੱਦਾਂ ਹੋ ਜਾਂਦਾ ਹੈ। ਇੱਦਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਐਸੀ ਗੱਲ ਨਹੀਂ ਲਿਖੀ ਜਿਹੜੀ ਹੁੰਦੀ ਨਾ ਹੋਵੇ। ਸੱਚ ਹੀ ਲਿਖਿਆ ਇਹ 'ਚ। ਗੁਰੂ ਗ੍ਰੰਥ ਸਾਹਿਬ 'ਚ ਸਭ ਕੁਝ ਜੋ ਲਿਖਿਆ ਸੱਚ ਲਿਖਿਆ। ਇੱਕ ਚੀਜ਼ ਨਹੀਂ ਲਿਖੀ ਗੁਰੂ ਗ੍ਰੰਥ ਸਾਹਿਬ 'ਚ, ਉਹ ਹੈ ਝੂਠ। ਜੋ ਗੁਰੂ ਗ੍ਰੰਥ ਸਾਹਿਬ 'ਚ ਝੂਠ ਨਹੀਂ ਮਿਲੂ, ਸੱਚ ਹੈ ਇੱਥੇ। ਆਦਿ ਤੋਂ ਲੈ ਕੇ ਮੱਧ ਤੋਂ ਲੈ ਕੇ ਅੰਤ ਤੱਕ ਸੱਚ ਹੀ ਸੱਚ ਹੈ, ਝੂਠ ਨਹੀਂ ਹੈ। ਪਰ ਮਹਾਰਾਜ ਕਹਿੰਦੇ ਨੇ, ਕਹਿੰਦੇ ਲੋਕ ਦੁਰਾਏ ਕਰਤ ਠਗਿਆਈ। ਲੋਕਾਂ ਤੋਂ ਲੁਕੋ ਲੁਕੋ ਕੇ ਠੱਗੀਆਂ ਮਾਰਦਾ ਹੈ, ਚੋਰੀ ਕਰਦਾ ਹੈ, ਬੇਈਮਾਨਾ ਕਰਦਾ, ਧੋਖਾ ਕਰਦਾ ਹੈ। ਪਰ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਹੋ ਤੋ ਸੰਗ ਨਾ ਜਾਨੋ। ਕਹਿੰਦੇ ਜਿਹੜਾ
ਸਦਾ ਹੋਣ ਵਾਲਾ ਹੈ, ਜਿਹੜਾ ਤੇਰੇ ਨਾਲ ਰਹਿਣ ਵਾਲਾ ਉਹਨੂੰ ਆਪਣੇ ਸੰਗੀ ਨੂੰ ਜਾਣਿਆ ਹੀ ਨਹੀਂ ਇਹਨੇ। ਹੋਣ ਵਾਲਾ ਸਦਾ ਰਹਿਣ ਵਾਲਾ ਕੌਣ ਹੈ? ਵਾਹਿਗੁਰੂ ਹੈ, ਪ੍ਰਮਾਤਮਾ ਹੈ, ਉਹਦਾ ਨਾਮ ਹੈ, ਹੁਣ ਵੀ ਅੱਗੇ ਨੂੰ ਵੀ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਸੰਗ ਨਾ ਜਾਣੋ, ਉਹਨੂੰ ਸੰਗ ਜਾਣਦਾ ਹੀ ਨਹੀਂ ਵੀ ਮੇਰੇ ਨਾਲ ਹੈ, ਮੈਨੂੰ ਦੇਖਦਾ ਹੈ, ਮੌਜੂਦ ਹੈ, ਮੇਰੇ ਹਰ ਕੰਮ 'ਤੇ ਉਹਦੀ ਨਜ਼ਰ ਹੈ। ਮੈਂ ਜੋ ਕਰ ਰਿਹਾ ਉਹਨੂੰ ਪਤਾ ਹੈ ਵੀ ਇਹ ਕਿਵੇਂ ਕਰ ਰਿਹਾ, ਕੀ ਹੈ ਇਹਦੇ ਅੱਗੇ ਪਿੱਛੇ। ਇਹ ਮਹਾਰਾਜ ਜੀ ਕਹਿ ਰਹੇ ਨੇ। ਮ੍ਰਿਗ ਪੰਖੀ ਮੀਨ ਦੀਨ ਨੀਚ, ਇਹ ਸੰਕਟ ਫਿਰੇ ਆਨੋ। ਗੁਰੂ ਅਰਜਨ ਦੇਵ ਜੀ ਮੋਹਰ ਲਾ ਕੇ ਕਹਿ ਰਹੇ ਨੇ, ਕਹਿੰਦੇ ਫਿਰ ਇਹ ਸੰਕਟ ਆਉਣਗੇ, ਲਾਂਭਾ ਨਾ ਦੇਈਂ ਕਿਸੇ ਨੂੰ, ਫਿਰ ਲਾਂਭਾ ਦੇ ਨਹੀਂ ਸਕਦਾ। ਕੀ ਮਹਾਰਾਜ ਕਹਿੰਦੇ? ਮਿਰਗ ਜੂਨੀ ਵਿੱਚ ਤੂੰ ਪਏਗਾ, ਪੰਖੀ ਪੰਛੀਆਂ ਦੀਆਂ ਜੂਨੀਆਂ 'ਚ ਤੂੰ ਪਏਗਾ, ਮੀਨ ਮੱਛੀਆਂ ਦੀਆਂ ਜੂਨੀਆਂ ਵਿੱਚ ਪਏਗਾ, ਦੀਨ ਨੀਚ, ਦੀਨ ਐਸੀਆਂ ਭੈੜੀਆਂ ਗਰੀਬੀ ਵਾਲੀਆਂ ਜਿਹੜੀਆਂ ਮਾੜੀਆਂ ਨੀਵੀਆਂ ਜੂਨੀਆਂ ਨੇ, ਨੀਚ ਜੂਨੀਆਂ ਨੇ। ਇਹ ਸੰਕਟ ਫਿਰ ਆਨੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਸੰਕਟ ਫਿਰ ਆਉਣਗੇ ਤੇਰੇ ਸਾਹਮਣੇ, ਇਹਨਾਂ ਨੂੰ ਫੇਸ ਕਰਨਾ ਪਏਗਾ। ਲਾਂਭਾ ਨਹੀਂ ਦੇ ਸਕਦਾ ਵੀ ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਇਹਨਾਂ ਜੂਨੀਆਂ 'ਚ ਤੂੰ ਭਟਕੇਗਾ। ਮਹਾਰਾਜ ਜੀ ਕਹਿੰਦੇ ਕਹੋ ਨਾਨਕ ਪਾਹਨ ਪ੍ਰਭ ਤਾਰੋ। ਹੁਣ ਬੇਨਤੀ ਕਰੋ ਗੁਰੂ ਅੱਗੇ, ਹੇ ਮਹਾਰਾਜ ਕਹੋ ਨਾਨਕ ਪਾਹਨ ਪ੍ਰਭ ਤਾਰੋ। ਮਹਾਰਾਜ ਜੀ ਅਸੀਂ ਪੱਥਰ ਵਰਗੇ ਇਨਸਾਨ, ਪੱਥਰ ਨੂੰ ਜਿੰਨਾ ਮਰਜ਼ੀ ਪਾਣੀ 'ਚ ਰੱਖ ਲਓ ਭਿੱਜਦਾ ਨਹੀਂ। ਸਾਨੂੰ ਜਿੰਨੀ ਮਰਜ਼ੀ ਮੱਤ ਦੇ ਲਓ, ਅਸੀਂ ਆਪਣੀ ਜਿਹੜੀ ਮੁੱਢ ਦੀ ਖਸਲਤ ਹੈ ਨਾ ਬੇਸਮਝੀ, ਉਹ ਛੱਡਣ ਨੂੰ ਤਿਆਰ ਨਹੀਂ। ਪੱਥਰ ਦੀ ਤਰ੍ਹਾਂ ਹਾਂ, ਅੰਦਰੋਂ ਅਭਿੱਜ ਹਾਂ। ਹੇ ਸੱਚੇ ਪਾਤਸ਼ਾਹ ਪੱਥਰ ਦੀ ਤਰ੍ਹਾਂ ਨਿਰਗੰਧ ਹਾਂ, ਸੁਗੰਧੀ ਨਹੀਂ ਸਾਡੇ 'ਚ ਆਉਂਦੀ, ਭਾਵੇਂ ਸਾਨੂੰ ਫੁੱਲਾਂ 'ਚ ਰੱਖੀ ਰੱਖੋ। ਅਸੀਂ ਪੱਥਰ ਦਿਲ ਇਨਸਾਨ, ਪੱਥਰ ਵਰਗੇ ਭਾਰੀ, ਡੁੱਬਣ ਵਾਲੇ। ਕਹੋ ਨਾਨਕ ਪਾਹਨ ਪ੍ਰਭ ਤਾਰੋ। ਹੇ ਵਾਹਿਗੁਰੂ ਤੂੰ ਤਾਰ ਲੈ। ਸਾਧ ਸੰਗਤ ਸੁਖ ਮਾਨੋ। ਸਾਧ ਸੰਗਤ ਦੇ ਰਾਹੀਂ ਅਤੇ ਮੇਰੇ 'ਤੇ ਕਿਰਪਾ ਕਰੋ, ਮੈਂ ਸਾਧ ਸੰਗਤ ਦਾ ਸੁਖ ਮਾਣ ਲਵਾਂ, ਜਿਹਦੇ ਰਾਹੀਂ ਮੇਰੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਵਣ। ਇਹ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਮ੍ਰਿਗ ਪੰਖੀ ਮੀਨ ਦੀਨ ਨੀਚ, ਇਹ ਸੰਕਟ ਫਿਰ ਆਨੋ। ਕਹੋ ਨਾਨਕ ਪਾਹਨ ਪ੍ਰਭ ਤਾਰੋ। ਸਾਧ ਸੰਗਤ ਸੁਖ ਮਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।